स्टूडेंट्स अज आप करांगे फीमेल रिप्रोडक्टिव सिस्टम। सो सब तो पहला आप स्टार्ट करते हैं कि जिहड़ा फीमेल रिप्रोडक्टिव सिस्टम है उहदे किहड़े-किहड़े पार्ट्स ने, कित्थे हुंदा है, किहड़े सैसरी डक्ट्स वगैरह उहदे नाल एसोसीएटेड ने, ठीक है, वो सारे आप इत्थे पढ़ांगे ते उहदा की फंक्शन है, राइट। सो जिहड़ा फीमेल रिप्रोडक्टिव सिस्टम है इज़ लोकेटेड इन पैल्विक रीजन। पैल्विक रीजन कित्थे हुंदा, लैग्स तो थोड़ा उपर वाली रीजन नूं आपां किहड़ी रीजन कहने आ, पैल्विक रीजन। इट इनकलूड्स आ पेयर ऑफ ओवरीज। ਇਹਦੇ ਵਿੱਚ ਕੀ ਹੁੰਦਾ, ਦੋ ਓਵਰੀਜ਼ ਹੁੰਦੀਆਂ। ਸੈਕਿੰਡ ਆ ਪੇਅਰ ਆਫ ਓਵੀਡਕਟ, ਦੋ ਡਕਟਸ ਹੁੰਦੇ ਨੇ ਪਾਈਪ ਲਾਈਕ ਸਟਰਕਚਰਸ। ਥਰਡ ਯੂਟਰਸ, ਫੋਰਥ ਸਰਵੈਕਸ, ਫਿਫਥ ਵੈਜਿਨਾ ਐਂਡ ਸਿਕਸਥ ਆਰ ਐਕਸਟਰਨਲ ਜੈਨੀਟੇਲੀਆ। ਠੀਕ ਹੈ, ਜਿਹੜੇ ਓਵੀਡਕਟਸ ਅਤੇ ਯੂਟਰਸ ਐਂਡ ਵੈਜਿਨਾ ਨੇ ਉਹ ਐਜ਼ ਅਸੈਸਰੀ ਡਕਟਸ ਕੰਮ ਕਰਦੇ ਨੇ। ਇਸ ਤੋਂ ਇਲਾਵਾ ਜਿਹੜੇ ਫੀਮੇਲਸ ਨੇ ਉਹਨਾਂ ਦੇ ਵਿੱਚ ਆ ਪੇਅਰ ਆਫ ਮੈਮਰੀ ਗਲੈਂਡਸ ਵੀ ਪਾਏ ਜਾਂਦੇ ਨੇ ਜਿਨ੍ਹਾਂ ਦਾ ਮੇਨ ਰੋਲ ਕਾਹਦੇ ਵਾਸਤੇ ਹੈ, ਨਰਿਸ਼ਮੈਂਟ ਆਫ ਆਫਸਪ੍ਰਿੰਗ। ਲੈਕਟੇਸ਼ਨ ਹੁੰਦੀ ਹੈ, ਮਿਲਕ ਪ੍ਰੋਡਕਸ਼ਨ ਕਰਦੇ ਨੇ ਮੈਮਰੀ ਗਲੈਂਡਸ, ਅਤੇ ਜਿਹੜਾ ਉਹ ਮਿਲਕ ਹੈ ਉਹ ਜਿਹੜਾ ਯੰਗ ਵਨ ਹੁੰਦਾ ਜਾਂ ਬੇਬੀ ਹੁੰਦਾ ਉਹਦੀ ਨਰਿਸ਼ਮੈਂਟ ਕਰਨ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ। and all parts are integrated structurally and functionally to support the process of ovulation, fertilization, pregnancy, birth and child care। ਇਸ ਤੋਂ ਇਲਾਵਾ ਕਹਿੰਦੇ ਵੀ ਇਹ ਜਿਹੜੀ ਸਾਰੀ ਬਣਤਰ ਹੈ ਜਿਵੇਂ ਆਪਣੇ ਓਵਰੀਜ਼, ਓਵੀਡਕਟ, ਯੂਟਰਸ, ਵੈਜੀਨਾ, ਬਾਕੀ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਇੱਕ ਦੂਸਰੇ ਨਾਲ ਜੁੜੀਆਂ ਹੋਈਆਂ ਨੇ ਕਿ ਜਿਹੜੀ ਓਵੂਲੇਸ਼ਨ ਪ੍ਰੋਸੈਸ ਹੈ, ਐਗ ਰਿਲੀਜ਼ ਦੀ ਪ੍ਰੋਸੈਸ, ਫਰਟੀਲਾਈਜੇਸ਼ਨ ਦੀ ਪ੍ਰੋਸੈਸ, ਪ੍ਰੈਗਨੈਂਸੀ, ਜਿਹੜੀ ਬਰਥ ਹੈ ਚਾਈਲਡ ਦਾ ਜਾਂ ਚਾਈਲਡ ਕੇਅਰ ਹੈ, ਉਹ ਸਾਰੀਆਂ ਇੱਕ ਦੂਸਰੇ ਨਾਲ ਜੁੜੀਆਂ ਨੇ ਪ੍ਰੋਸੈਸਿਸ। ਤਾਂ ਇਹ ਸਾਰੇ ਜਿਹੜੇ ਪਾਰਟਸ ਨੇ ਫੀਮੇਲ ਰਿਪਰੋਡਕਟਿਵ ਸਿਸਟਮ ਦੇ, ਇਹ ਵੀ ਆਪਸ 'ਚ ਜੁੜ ਕੇ ਮਿਲ ਜੁਲ ਕੇ ਕੰਮ ਕਰਦੇ ਨੇ। ਸੋ ਇਹ ਜਿਹੜਾ ਸੈਕਸ਼ਨਲ ਵਿਊ ਹੈ ਇੱਕ ਸਾਈਡ ਤੋਂ ਲਿਆ ਗਿਆ ਇਹ ਵਿਊ ਕਿਹਦਾ, ਫੀਮੇਲ ਰਿਪਰੋਡਕਟਿਵ ਸਿਸਟਮ ਦਾ। ਠੀਕ ਹੈ, ਤੁਸੀਂ ਦੇਖ ਸਕਦੇ ਹੋ ਕਿ ਯੂਟਰਸ ਲੇਵਲ ਕੀਤਾ ਗਿਆ, ਯੂਰੀਨਰੀ ਬਲੈਡਰ ਉੱਪਰ ਹੁੰਦਾ, ਉਸ ਤੋਂ ਬਾਅਦ ਯੂਟਰਸ ਹੁੰਦਾ ਅਤੇ ਉਸ ਤੋਂ ਪਿੱਛੇ ਰੈਕਟਮ ਹੁੰਦਾ। ਠੀਕ ਹੈ, ਸੈਂਟਰ ਦੇ ਵਿੱਚ ਹੈ ਯੂਰੀਨਰੀ ਬਲੈਡਰ ਅਤੇ ਰੈਕਟਮ ਦੇ ਸੈਂਟਰ ਦੇ ਵਿੱਚ ਕੀ ਦਿਖ ਰਿਹਾ, ਯੂਟਰਸ। ਯੂਟਰਸ ਕੀ ਹੈ, ਫੀਮੇਲ ਰਿਪਰੋਡਕਟਿਵ ਸਿਸਟਮ ਦਾ ਪਾਰਟ। ਠੀਕ ਹੈ, ਸੋ ਇਹ ਇੱਥੇ ਪਿਆ ਹੁੰਦਾ ਇਹਨਾਂ ਦੋਨਾਂ ਚੀਜ਼ਾਂ ਦੇ ਵਿਚਕਾਰ। ਨੈਕਸਟ ਆਪਾਂ ਜੇ ਇਹਦਾ ਸੈਕਸ਼ਨਲ ਵਿਊ ਫਰੰਟ ਤੋਂ ਦੇਖੀਏ, ਅੰਦਰ ਉਨੀ ਕੀ ਬਣਤਰ ਹੈ ਇਹਦੀ, ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖੋ ਤੁਹਾਨੂੰ ਸਾਈਡ 'ਤੇ ਇੱਕ ਰੈਡਿਸ਼ ਕਲਰ ਦੀਆਂ ਦੋਨੋਂ ਪਾਸੇ ਓਵਰੀਜ਼ ਦਿਖ ਰਹੀਆਂ ਨੇ। ਠੀਕ ਹੈ, ਓਵਰੀਜ਼ ਤੋਂ ਦੇ ਨਾਲ ਹੀ ਠੀਕ ਹੈ ਫਿੰਬਰੇ ਦਿਖਣਗੇ, ਫਿੰਬਰੇ ਤੋਂ ਬਾਅਦ ਇਨਫੈਂਡੀਬੁਲਮ, ਐਂਪੂਲਾ, ਇਸਥਮਸ ਦਿਖ ਰਿਹਾ, ਇਹ ਕਿਹਦਾ ਪਾਰਟ ਆ, ਫੈਲੋਪੀਅਨ ਟਿਊਬ ਦਾ। ਠੀਕ ਹੈ, ਉਸ ਤੋਂ ਬਾਅਦ ਕੀ ਆਉਂਦਾ, ਯੂਟਰਸ ਆ ਜਾਂਦਾ। ਯੂਟਰਸ ਸੈਂਟਰ ਦੇ ਵਿੱਚ ਜਿਹੜੀ ਪੀਅਰ ਲਾਈਕ ਸਟਰਕਚਰ ਤੁਹਾਨੂੰ ਦਿਖ ਰਹੀ ਹੈ, ਯੂਟਰਾਈਨ ਫੰਡਸ, ਯੂਟਰਾਈਨ ਕੈਵਿਟੀ ਲਿਖਿਆ ਹੋਇਆ। ਫਿਰ ਉਸ ਦੀਆਂ ਵਾਲ ਲੇਅਰਸ ਐਂਡੋਮੀਟਰੀਅਮ, ਮਾਇਓਮੀਟਰੀਅਮ ਅਤੇ ਪੈਰੀਮੀਟਰੀਅਮ ਆਉਂਦੀਆਂ ਨੇ। ਠੀਕ ਹੈ, ਫਿਰ ਉਸ ਤੋਂ ਬਾਅਦ ਯੂਟਰਸ ਤੋਂ ਨੀਚੇ ਵਾਲੇ ਪਾਸੇ ਨੂੰ ਸਰਵਿਕਸ, ਸਰਵੀਕਲ ਕੈਨਾਲ ਐਂਡ ਵੈਜੀਨਾ ਆਉਂਦਾ। ਠੀਕ ਹੈ, ਇਹ ਸਾਰੇ ਕਿਹਦਾ ਪਾਰਟ ਨੇ, ਫੀਮੇਲ ਰਿਪਰੋਡਕਟਿਵ ਸਿਸਟਮ ਦਾ ਪਾਰਟ ਨੇ, ਅਤੇ ਇਹ ਸਾਰੇ ਆਪਸ 'ਚ ਐਸੋਸੀਏਟਿਡ ਨੇ। ਕਿਸੇ ਇੱਕ ਦੀ ਐਬਸੈਂਸ ਸਾਰੇ ਰਿਪਰੋਡਕਟਿਵ ਸਿਸਟਮ ਦੀ ਪੂਰੀ ਪ੍ਰੋਸੈਸ ਨੂੰ ਸਟੋਪ ਕਰ ਸਕਦੀ ਹੈ। ਨੈਕਸਟ ਆਪਾਂ ਡਿਟੇਲ 'ਚ ਡਿਸਕਸ ਕਰਦੇ ਹਾਂ ਹੁਣ ਇਕੱਲੇ ਪਾਰਟ ਨੂੰ। ਪਹਿਲਾਂ ਆਪਾਂ ਲੈਂਦੇ ਹਾਂ ਫੀਮੇਲ ਗੋਨੈਡ। ਗੋਨੈਡ ਕੀ ਹੁੰਦਾ, ਉਹ ਪਾਰਟ, ਠੀਕ ਹੈ, ਹਿਊਮਨ ਬੀਇੰਗਸ ਦੇ ਵਿੱਚ ਉਹ ਪਾਰਟ ਨੂੰ ਆਪਾਂ ਗੋਨੈਡ ਕਹਿੰਦੇ ਹਾਂ ਜਿਹੜਾ ਕੀ ਬਣਾਉਂਦਾ, ਕੋਈ ਵੀ ਰਿਪਰੋਡਕਟਿਵ ਸਟਰਕਚਰ ਬਣਾਉਂਦਾ। ਠੀਕ ਹੈ, ਰਿਪਰੋਡਕਟਿਵ ਸਟਰਕਚਰ ਇੱਥੇ ਕੀ ਬਣੂਗੀ, ਐਗ ਬਣੂਗਾ। ਠੀਕ ਹੈ, ਸੋ ਗੋਨੈਡਸ ਕੀ ਨੇ ਇੱਥੇ, ਓਵਰੀਜ਼ ਨੇ। ਓਵਰੀਜ਼ ਆਰ ਪ੍ਰਾਇਮਰੀ ਫੀਮੇਲ ਸੈਕਸ ਔਰਗਨਸ ਦੈਟ ਪ੍ਰੋਡਿਊਸ ਫੀਮੇਲ ਗੈਮੀਟ। ਇਹਨਾਂ ਦਾ ਇਹ ਕੀ ਨੇ, ਪ੍ਰਾਇਮਰੀ ਫੀਮੇਲ ਸੈਕਸ ਔਰਗਨਸ ਨੇ, ਜਿਹੜੀਆਂ ਮੇਨ ਸੈਕਸ ਔਰਗਨਸ ਨੇ, ਅਤੇ ਇਹ ਕੀ ਬਣਾਉਂਦੀਆਂ ਨੇ, ਗੈਮੀਟ ਬਣਾਉਂਦੀਆਂ ਨੇ ਜਾਂ ਓਵਮ, ਜਾਂ ਜਿਹਨੂੰ ਆਪਾਂ ਐਗ ਵੀ ਕਹਿ ਦਿੰਦੇ ਹਾਂ। ਠੀਕ ਹੈ, ਇਟ ਆਲਸੋ ਪ੍ਰੋਡਿਊਸਿਸ ਸੈਵਰਲ ਫੀਮੇਲ ਸਟੀਰੋਇਡ ਹਾਰਮੋਨਸ ਲਾਈਕ ਐਸਟ੍ਰੋਜਨ ਐਂਡ ਪ੍ਰੋਜੈਸਟਰੋਨ। ਇਹ ਦੋ ਹਾਰਮੋਨ ਬਣਾਉਂਦੇ ਨੇ ਓਵਰੀਜ਼, ਐਸਟ੍ਰੋਜਨ ਐਂਡ ਪ੍ਰੋਜੈਸਟਰੋਨ। ਇਹ ਬਹੁਤ ਇੰਪੋਰਟੈਂਟ ਨੇ ਤਾਂ ਕਿ ਜਿਹੜਾ ਓਵਮ ਹੈ ਉਹਦਾ ਕਦੋਂ ਰਿਲੀਜ਼ ਹੋਣਾ ਹੈ, ਠੀਕ ਹੈ, ਉਹ ਕਦੋਂ ਨਹੀਂ ਹੋਣਾ, ਉਹ ਸਾਰਾ ਕੁਛ ਕਿਹਨੇ ਕੰਟਰੋਲ ਕੀਤਾ ਹੁੰਦਾ, ਇਹਨਾਂ ਐਸਟ੍ਰੋਜਨ ਅਤੇ ਪ੍ਰੋਜੈਸਟਰੋਨ ਨੇ। ਦ ਓਵਰੀਜ਼ ਲੋਕੇਟਡ ਇਨ ਦੀ ਲੋਅਰ ਐਬਡੋਮਨ ਦੇ ਵਿੱਚ ਓਵਰੀਜ਼ ਹੁੰਦੀਆਂ ਨੇ, ਤੁਹਾਨੂੰ ਦੱਸਿਆ ਪੈਲਵਿਕ ਰੀਜਨ ਦੇ ਵਿੱਚ। ਈਚ ਓਵਰੀ ਇਜ਼ ਅਬਾਊਟ 2 to 4 ਸੈਂਟੀਮੀਟਰ ਇਨ ਲੈਂਥ। ਇਹਦੀ ਲੈਂਥ ਕਿੰਨੀ ਹੁੰਦੀ ਹੈ, 2 ਤੋਂ 4 ਸੈਂਟੀਮੀਟਰ। ਦੇਜ਼ ਆਰ ਕਨੈਕਟਿਡ ਟੂ ਪੈਲਵਿਕ ਵਾਲ ਐਂਡ ਯੂਟਰਸ ਬਾਏ ਲਿਗਾਮੈਂਟ। ਪੈਲਵਿਕ ਵਾਲ ਅਤੇ ਯੂਟਰਸ ਨਾਲ ਇਹ ਕਿਵੇਂ ਜੁੜੀਆਂ ਹੁੰਦੀਆਂ ਨੇ, ਵਿਦ ਦੀ ਹੈਲਪ ਆਫ ਲਿਗਾਮੈਂਟਸ। Each ovary is covered by thin epithelium
ਵਿਚ ਇਨਕਲੋਜ਼ ਓਵਰੀਅਨ ਸਟ੍ਰੋਮਾ। ਇਸ ਦੇ ਉੱਪਰ ਕੀ ਹੁੰਦੀ ਹੈ, ਸਭ ਤੋਂ ਆਊਟਰਮੋਸਟ ਲੇਅਰ ਕੀ ਹੁੰਦੀ ਹੈ ਓਵਰੀ ਦੀ, ਐਪੀਥੀਲੀਅਮ, ਜਿਹਦੇ ਅੰਦਰ ਕੀ ਹੁੰਦਾ ਸਟ੍ਰੋਮਾ। ਠੀਕ ਹੈ, ਜਿਹੜਾ ਸਟ੍ਰੋਮਾ ਹੈ ਉਹਦੇ ਫਰਦਰ ਦੋ ਜ਼ੋਨਸ ਹੁੰਦੇ ਹੈ, ਪੈਰੀਫਿਰਲ ਕੋਰਟੈਕਸ ਐਂਡ ਇਨਰ ਮੈਡੂਲਾ। ਬਾਹਰਲੇ ਪਾਸੇ ਕੋਰਟੈਕਸ ਰੀਜਨ ਹੁੰਦੀ ਹੈ ਸਟ੍ਰੋਮਾ ਦੇ ਅਤੇ ਅੰਦਰਲੇ ਪਾਸੇ ਮੈਡੂਲਾ। ਐਟ ਦੀ ਪੈਰੀਫਿਰਲ ਕੋਰਟੈਕਸ ਫੋਲੀਕਲਸ ਆਰ ਪ੍ਰੈਜੈਂਟ ਐਂਡ ਇਨ ਮੈਡੂਲਾ ਬਲੱਡ ਵੈਸਲਸ ਐਂਡ ਓਵਰੀਅਨ ਲਿਗਾਮੈਂਟਸ ਆਰ ਪ੍ਰੈਜੈਂਟ। ਜਿਹੜੀ ਕੋਰਟੈਕਸ ਰੀਜਨ ਆ ਉਹਦੇ ਵਿੱਚ ਫੋਲੀਕਲਸ ਹੁੰਦੇ ਨੇ, ਫੋਲੀਕਲਸ ਅੱਗੇ ਫਰਦਰ ਓਵਮ ਬਣਾਉਣ 'ਚ ਇਨਵੋਲਵਡ ਨੇ, ਅਤੇ ਜਿਹੜੀ ਮੈਡੂਲਾ ਰੀਜਨ ਹੈ ਉਸ ਦੇ ਵਿੱਚ ਬਲੱਡ ਵੈਸਲਸ ਹੁੰਦੀਆਂ ਨੇ ਅਤੇ ਬਾਕੀ ਓਵੇਰੀਅਨ ਲਿਗਾਮੈਂਟਸ ਪ੍ਰੈਜੈਂਟ ਹੁੰਦੀਆਂ ਨੇ। ਸੋ ਨੈਕਸਟ ਸਲਾਈਡ ਦੇ ਵਿੱਚ ਆਪਾਂ ਕੀ ਦੇਖ ਰਹੇ ਹਾਂ, TS ਆਫ ਓਵਰੀ, ਮਤਲਬ ਓਵਰੀ ਇੰਟਰਨਲ ਸਟਰਕਚਰ। ਜਿਹੜੀ ਮੈਂ ਤੁਹਾਨੂੰ ਦੱਸਿਆ ਵੀ ਜਿਹੜੀ ਉਹਦੀ ਆਊਟਰਮੋਸਟ ਲੇਅਰ ਐਪੀਥੀਲੀਅਮ ਹੁੰਦੀ ਹੈ, ਫਿਰ ਕੋਰਟੈਕਸ ਹੁੰਦੀ ਹੈ ਅਤੇ ਮੈਡੂਲਾ ਰੀਜਨ, ਸਟ੍ਰੋਮਾ ਰੀਜਨ ਹੈ ਜਿਹੜੀ ਦੋ ਹਿੱਸਿਆਂ 'ਚ ਵੰਡੀ ਗਈ ਹੈ। ਸੋ ਤੁਸੀਂ ਇੱਥੇ ਦੇਖੋ ਬਿਲਕੁਲ ਸੈਂਟਰ ਦੇ ਵਿੱਚ ਰੈੱਡ ਅਤੇ ਬਲੂ ਕਲਰ ਦੀਆਂ ਤੁਹਾਨੂੰ ਪਾਈਪ ਲਾਈਕ ਸਟਰਕਚਰਸ ਨਜ਼ਰ ਆ ਰਹੀਆਂ ਹੋਣਗੀਆਂ, ਬਲੱਡ ਵੈਸਲਸ ਨੇ। ਇਹ ਕਿਹੜੀ ਰੀਜਨ ਹੋਈ, ਮੈਡੂਲਾ। ਅਤੇ ਉਸ ਤੋਂ ਬਾਹਰ ਵਾਲੇ ਪਾਸੇ ਤੁਹਾਨੂੰ ਬੋਲ ਲਾਈਕ ਸਟਰਕਚਰਸ ਦਿਖ ਰਹੀਆਂ ਹੋਣਗੀਆਂ। ਠੀਕ ਹੈ, ਅਤੇ ਪਿੰਕਿਸ਼ ਅਤੇ ਬਲੂਇਸ਼ ਕਲਰ ਦੀਆਂ, ਉਹ ਕਿਹੜੀ ਰੀਜਨ ਹੈ ਤੁਹਾਡੀ, ਕੋਰਟੈਕਸ ਰੀਜਨ ਸਟੋਮਾ ਦੀ। ਸੋ ਇਹ ਜਿਹੜੀਆਂ ਬੋਲ ਲਾਈਕ ਸਟਰਕਚਰਸ ਨੇ ਕੀ ਨੇ, ਫੋਲੀਕਲਸ ਨੇ। ਇਹ ਫੋਲੀਕਲਸ ਅੱਗੇ ਜਾ ਕੇ ਮੈਚਿਓਰ ਹੋ ਕੇ ਓਵਮ ਰਿਲੀਜ਼ ਕਰਦੇ ਨੇ। ਠੀਕ ਹੈ, ਅਤੇ ਬਾਹਰ ਜਿਹੜੀ ਦਾਣੇਦਾਰ ਲੇਅਰ ਦਿਖ ਰਹੀ ਹੈ ਉਹ ਕੀ ਹੈ, ਐਪੀਥੀਲੀਅਮ। ਕਲੀਅਰ, ਇਹ ਬਹੁਤ ਇੰਪੋਰਟੈਂਟ ਹੈ, ਤੁਹਾਨੂੰ ਡਰੋ ਕਰਨਾ ਵੀ ਆ ਜਾਂਦਾ, ਸੋ ਇਹਨੂੰ ਕਾਈਂਡਲੀ ਡਰੋ ਕਰ ਲਓ ਅਤੇ ਨੋਟ ਕਰ ਲਓ ਕਲੀਅਰਲੀ। ਨੈਕਸਟ TS ਆਫ ਓਵਰੀ ਨੂੰ ਆਪਾਂ ਡਿਸਕਸ ਕਰਦੇ ਹਾਂ। ਇਹਦੇ ਵਿੱਚ ਕੀ ਹੁੰਦਾ, ਡਿਵੈਲਪਿੰਗ ਫੋਲੀਕਲਸ ਇਨ ਡਿਫਰੈਂਟ ਸਟੇਜ 'ਚ ਦਿਖਦੇ ਨੇ ਆਪਾਂ ਨੂੰ, ਜਿਵੇਂ ਤੁਸੀਂ ਦੇਖ ਚੁੱਕੇ ਹੋ। ਪ੍ਰਾਇਮਰੀ ਫੋਲੀਕਲ ਡਿਵੈਲਪਸ ਇਨਟੂ ਗ੍ਰਾਫੀਅਨ ਫੋਲੀਕਲ ਵਿਦ ਮੈਚਿਓਰ ਓਵਮ। ਜਿਹੜਾ ਪ੍ਰਾਇਮਰੀ ਫੋਲੀਕਲ ਹੈ ਉਹ ਸੈਕੰਡਰੀ, ਟਰਸ਼ਰੀ ਅਤੇ ਫਾਈਨਲੀ ਗ੍ਰਾਫੀਅਨ ਫੋਲੀਕਲ ਬਣਾ ਕੇ ਕੀ ਬਣਾਉਂਦਾ, ਮੈਚਿਓਰ ਓਵਮ ਬਣਾਉਂਦਾ। ਵਨ ਮੈਚਿਓਰਡਸ around 14th day of menstrual cycle and ruptures to release the oocyte. This is called ovulation. ਅਤੇ ਹਰੇਕ ਗ੍ਰਾਫੀਅਨ ਫੋਲੀਕਲ ਦਾ ਓਵਮ ਕਦੋਂ ਰਿਲੀਜ਼ ਹੁੰਦਾ, ਚੌਥੇ ਦਿਨ ਮੈਂਸਟਰੁਅਲ ਸਾਈਕਲ ਦੇ। ਮੈਂਸਟਰੁਅਲ ਸਾਈਕਲ ਆਪਾਂ ਅੱਗੇ ਪੜ੍ਹਾਂਗੇ ਕਿ ਕੀ ਹੁੰਦਾ ਇਹ। ਠੀਕ ਹੈ, ਮੈਂਸਟਰੁਅਲ ਸਾਈਕਲ ਇਨ ਸ਼ੋਰਟ ਆਪਾਂ ਕਹਿ ਸਕਦੇ ਹਾਂ ਪ੍ਰੋਸੈਸ ਆਫ ਓਵੂਲੇਸ਼ਨ ਨੂੰ ਹੀ ਕਹਿ ਦਿੰਦੇ ਆਪਾਂ ਵੀ ਕਿਵੇਂ ਹੁੰਦੀ ਆ ਉਹ। ਠੀਕ ਹੈ, ਅਤੇ ਕੀ ਕਰ ਦਿੰਦਾ, oocyte ਰਿਲੀਜ਼ ਕਰ ਦਿੰਦਾ ਗ੍ਰਾਫੀਅਨ ਫੋਲੀਕਲ, ਅਤੇ ਇਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਓਵੂਲੇਸ਼ਨ ਪੂਰੀ ਪ੍ਰੋਸੈਸ ਨੂੰ। ਆਫਟਰ ਰਿਲੀਜ਼ follicle filled with blood clot and then yellow cells called corpus luteum। ਇਸ ਤੋਂ ਬਾਅਦ ਜਦੋਂ ਓਵਮ ਰਿਲੀਜ਼ ਹੋ ਜਾਂਦਾ ਗ੍ਰਾਫੀਅਨ ਫੋਲੀਕਲ ਦੇ ਅੰਦਰੋਂ, ਤਾਂ ਜਿਹੜੇ ਫੋਲੀਕਲ ਸੈਲਸ ਬਚ ਜਾਂਦੇ ਉਹਨਾਂ ਨੂੰ ਕੀ ਕਹਿਣਾ ਸ਼ੁਰੂ ਕਰਦੇ ਹਾਂ ਆਪਾਂ, corpus luteum। ਇਹ ਕੀ ਬਣਾਉਂਦੇ ਨੇ, ਪ੍ਰੋਜੈਸਟਰੋਨ ਹਾਰਮੋਨ। ਓਵੀਡਕਟਸ, ਯੂਟਰਸ ਐਂਡ ਵੈਜੀਨਾ ਆਰ ਦੀ ਅਸੈਸਰੀ ਡਕਟਸ। ਇਹ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਹੁਣ ਆਪਾਂ ਇਹਨਾਂ ਬਾਰੇ ਡਿਸਕਸ ਕਰਾਂਗੇ। ਸੋ ਅਸੈਸਰੀ ਡਕਟਸ, ਸਭ ਤੋਂ ਪਹਿਲਾਂ ਓਵੀਡਕਟ ਜਾਂ ਫੈਲੋਪੀਅਨ ਟਿਊਬ। ਠੀਕ ਹੈ, ਇਹ ਕੀ ਹੁੰਦੀ ਹੈ, 10 ਤੋਂ 12 ਸੈਂਟੀਮੀਟਰ ਲੌਂਗ ਟਿਊਬ ਲਾਈਕ ਸਟਰਕਚਰ ਤੁਸੀਂ ਦੇਖ ਸਕਦੇ ਹੋ ਫਿਗਰ ਦੇ ਵਿੱਚ। ਅਤੇ ਈਚ ਓਵਰੀ ਦੇ ਪੈਰੀਫਿਰੀ ਤੋਂ ਲੈ ਕੇ ਕਿੱਥੇ ਤੱਕ ਜਾਂਦੀ ਹੈ, ਯੂਟਰਸ ਤੱਕ। ਓਵਰੀ ਅਤੇ ਯੂਟਰਸ ਨੂੰ ਆਪਸ ਦੇ ਵਿੱਚ ਜੋੜਦੀ ਹੈ। ਠੀਕ ਹੈ, ਤੁਸੀਂ ਦੇਖ ਸਕਦੇ ਹੋ ਸਾਈਡ 'ਤੇ। ਪਾਰਟ ਕਲੋਜ਼ਰ ਟੂ ਓਵਰੀ, ਫਨਲ ਸ਼ੇਪਡ। ਜਿਹੜਾ ਓਵਰੀ ਵੱਲ ਪਾਰਟ ਹੁੰਦਾ ਉਹ ਫਨਲ ਸ਼ੇਪਡ ਹੁੰਦਾ, ਅਤੇ ਉਹਨੂੰ ਕੀ ਕਹਿੰਦੇ, ਇਨਫੰਡੀਬੁਲਮ। ਅਤੇ ਉਹਦੀਆਂ ਕੀ ਹੁੰਦੀਆਂ ਨੇ, ਫਿੰਗਰ ਲਾਈਕ ਪ੍ਰੋਜੈਕਸ਼ਨ ਹੁੰਦੀਆਂ ਨੇ, ਜਿਨ੍ਹਾਂ ਨੂੰ ਆਪਾਂ ਕੀ ਕਹਿੰਦੇ ਹਾਂ, ਫਿੰਬਰੇ। ਰਾਈਟ, ਵਾਈਡਰ ਪਾਰਟ, ਉਸ ਤੋਂ ਬਾਅਦ ਇਹ ਸਭ ਤੋਂ ਵਾਈਡਰ ਪਾਰਟ ਹੁੰਦਾ ਹੈ ਇਨਫੰਡੀਬੁਲਮ। ਉਸ ਤੋਂ ਬਾਅਦ ਜਿਹੜੇ ਪਾਰਟ ਨੇ ਐਂਪੂਲਾ, ਇਸਥਮਸ, ਇਹ ਨੈਰੋ ਨੇ। ਠੀਕ ਹੈ, ਅਤੇ ਕੀ ਕਰਦੇ ਨੇ, ਜਿਹੜੀ ਓਵਰੀ ਆ ਉਹਨੂੰ ਯੂਟਰਸ ਦੇ ਨਾਲ ਅਟੈਚ ਕਰਨ ਦੇ ਵਿੱਚ ਹੈਲਪ ਕਰਦੇ ਨੇ। ਜਿਹੜਾ ਐਗ ਜਾਂ ਓਵਮ ਇੱਥੋਂ ਰਿਲੀਜ਼ ਹੋਊਗਾ ਯੂਟਰਸ 'ਚ, ਇਹਨਾਂ ਦੇ ਥਰੂ ਜਾਊਗਾ। ਕਿਹਦੇ ਥਰੂ ਜਾਊਗਾ, ਓਵੀਡਕਟ ਜਾਂ ਫੈਲੋਪੀਅਨ ਟਿਊਬਸ ਦੇ ਥਰੂ। ਨੈਕਸਟ ਜਿਹੜਾ ਅਸੈਸਰੀ ਡਕਟ ਆ ਉਹ ਕੀ ਹੈ, ਯੂਟਰਸ ਜਾਂ ਉਹਨੂੰ ਵੂਮ ਵੀ ਕਹਿੰਦੇ ਆ। ਠੀਕ ਹੈ, ਅਤੇ ਜਿਹੜਾ ਇੱਕ ਹੋਰ ਅਸੈਸਰੀ ਡਕਟ ਆ ਤੁਹਾਨੂੰ ਦੱਸਿਆ ਸੀ ਉਹ ਕੀ ਹੈ, ਵੈਜੀਨਾ। ਸਿੰਗਲ ਯੂਟਰਸ ਹੁੰਦਾ, ਇਹ ਕਿੱਥੇ ਹੁੰਦਾ, ਪ੍ਰੈਜੈਂਟ ਇਨ ਲੋਅਰ ਐਬਡੋਮਨ ਰੀਜਨ, ਆਲਸੋ ਕਾਲਡ ਵੂਮ। ਇਹਨੂੰ ਆਪਾਂ ਵੂਮ ਵੀ ਕਹਿ ਦਿੰਦੇ ਹਾਂ ਜਾਂ ਕੁੱਖ ਕਹਿ ਦਿੰਦੇ ਹਾਂ ਮਾਂ ਦੀ। ਠੀਕ ਹੈ, ਪੰਜਾਬੀ ਦੇ ਵਿੱਚ। ਹੈਲੋ, ਇਨਵਰਟਡ ਪੀਅਰ ਸ਼ੇਪਡ, ਹੈਲੋ ਹੁੰਦਾ ਅੰਦਰੋਂ ਖਾਲੀ ਹੁੰਦਾ। ਠੀਕ ਹੈ, ਅਤੇ ਪੀਅਰ ਸ਼ੇਪ ਹੁੰਦਾ, ਇਨਵਰਟਡ ਪੀਅਰ ਸ਼ੇਪ। ਪੀਅਰ ਨਾਸ਼ਪਾਤੀ ਵਰਗਾ ਹੁੰਦਾ, ਨਾਸ਼ਪਾਤੀ ਨੂੰ ਪੁੱਠੀ ਰੱਖ ਦਿੰਦੇ ਹਾਂ, ਉੱਦਾਂ ਦੀ ਇਹਦੀ ਸ਼ੇਪ ਹੁੰਦੀ ਆ। ਅਟੈਚ ਟੂ ਪੈਲਵਿਕ ਵਾਲ ਬਾਈ ਲਿਗਾਮੈਂਟਸ, ਅਤੇ ਇਹ ਕਿਹਦੇ ਨਾਲ ਜੁੜਿਆ ਹੁੰਦਾ, ਪੈਲਵਿਕ ਰੀਜਨ ਦੀ ਜਿਹੜੀਆਂ ਵਾਲਸ ਨੇ ਉੱਥੇ ਲਿਗਾਮੈਂਟਸ ਨਾਲ ਜੁੜਿਆ ਹੁੰਦਾ। ਇਨਸਾਈਡ ਦੀ ਯੂਟਰਸ ਫਰਟੀਲਾਈਜ਼ਡ ਓਵਮ ਗਰੋਜ਼ ਐਂਡ ਡਿਵੈਲਪਸ ਇਨਟੂ ਦੀ ਐਂਬਰੀਓ। ਜੇ ਐਗ ਦੇ ਨਾਲ ਸਪਰਮ ਆ ਕੇ ਫਿਊਜ਼ ਹੋ ਜਾਂਦਾ ਹੈ, ਠੀਕ ਹੈ, ਤਾਂ ਉੱਥੇ ਕੀ ਹੋ ਜਾਂਦੀ ਹੈ, ਫਰਟੀਲਾਈਜੇਸ਼ਨ। ਠੀਕ ਹੈ, ਉਹ ਕਿੱਥੇ ਹੁੰਦੀ ਹੈ, ਯੂਟਰਸ ਦੇ ਵਿੱਚ। ਠੀਕ ਹੈ, ਅਤੇ ਯੂਟਰਸ ਦੇ ਵਿੱਚ ਕੀ ਹੁੰਦਾ ਆ ਕੇ, ਜਿਹੜਾ ਤੁਹਾਡਾ ਫਰਟੀਲਾਈਜ਼ਡ ਐਗ ਹੈ ਉਹ ਡਿਵੈਲਪ ਕਰਦਾ ਐਂਬਰੀਓ। ਕਲੀਅਰ,
ਓਪਨਸ ਇਨਟੂ ਵੈਜੀਨਾ, ਜਿਹੜਾ ਇਹ ਯੂਟਰਸ ਹੈ ਕਿਹਦੇ 'ਚ ਖੁੱਲ੍ਹਦਾ ਹੈ, ਵੈਜੀਨਾ ਦੇ ਵਿੱਚ, ਥਰੂ ਨੈਰੋ ਸਰਵੈਕਸ। ਇੱਕ ਛੋਟੀ ਜਿਹੀ ਕੈਨਾਲ ਆ ਜਿਹਨੂੰ ਆਪਾਂ ਕੀ ਕਹਿੰਦੇ ਹਾਂ, ਸਰਵੈਕਸ, ਇਹਦੇ ਥਰੂ ਇਹ ਕੀ 'ਚ ਖੁੱਲ੍ਹ ਜਾਂਦਾ ਵੈਜੀਨਾ ਦੇ ਵਿੱਚ। ਵੈਜੀਨਾ ਨੂੰ ਆਪਾਂ ਅਦਰ ਨੇਮ ਬਰਥ ਕੈਨਾਲ ਵੀ ਕਹਿ ਦਿੰਦੇ ਹਾਂ। ਸੋ ਜਿਹੜੇ ਇਹ ਦੋਨੇ ਯੂਟਰਸ ਅਤੇ ਵੈਜੀਨਾ ਨੇ ਆਪਸ 'ਚ ਜੁੜੇ ਹੋਏ ਨੇ। ਯੂਟਰਸ ਕੀ ਹੈ, ਪੀਅਰ ਸ਼ੇਪਡ ਹੈ, ਅਤੇ ਵੈਜੀਨਾ ਇੱਕ ਟਿਊਬ ਸਟਰਕਚਰ ਹੈ ਜਿਹੜੀ ਯੂਟਰਸ ਨਾਲ ਕਿਹਦੇ ਥਰੂ ਜੁੜੀ ਹੁੰਦੀ ਹੈ, ਸਰਵਿਕਸ ਦੇ ਥਰੂ ਜੁੜੀ ਹੁੰਦੀ ਹੈ। ਠੀਕ ਹੈ, ਤਾਂ ਇਸ ਤੋਂ ਇਲਾਵਾ ਜੋ ਤੁਸੀਂ ਨੋਟ ਕਰਨਾ ਉਹ ਕੀ ਹੈ, ਜਿਹੜਾ ਯੂਟਰਸ ਆ ਉਹਦੀਆਂ 3 ਵਾਲ ਲੇਅਰਸ ਹੁੰਦੀਆਂ ਨੇ ਜਿਨ੍ਹਾਂ ਦਾ ਮੇਨ ਰੋਲ ਹੈ ਐਂਬਰੀਓ ਦੀ ਡਿਵੈਲਪਮੈਂਟ ਦੇ ਵਿੱਚ। ਠੀਕ ਹੈ, ਸਭ ਤੋਂ ਬਾਹਰਲੇ ਪਾਸੇ ਕਿਹੜੀ ਲੇਅਰ ਹੁੰਦੀ ਹੈ, ਪੈਰੀਮੀਟਰੀਅਮ। ਐਕਸਟਰਨਲ ਥਿਨ ਮੈਂਬਰੇਨਸ ਲੇਅਰ ਹੈ, ਇਹ ਸਭ ਤੋਂ ਬਾਹਰਲੇ ਪਾਸੇ ਹੁੰਦੀ ਹੈ, ਥਿਨ ਹੁੰਦੀ ਹੈ। ਸੈਂਟਰ ਦੇ ਵਿੱਚ ਮਾਇਓਮੀਟਰੀਅਮ ਹੁੰਦੀ ਹੈ, ਮਿਡਲ ਥਿਕ ਲੇਅਰ ਆਫ ਸਮੂਥ ਮਸਲਸ, ਸਟਰੋਂਗ ਕੰਟਰੈਕਸ਼ਨ ਡਿਊਰਿੰਗ ਡਿਲੀਵਰੀ। ਇਹ ਡਿਲੀਵਰੀ ਜਦੋਂ ਬੇਬੀ ਦਾ ਬਰਥ ਹੋ ਰਿਹਾ ਹੁੰਦਾ, ਡਿਲੀਵਰੀ ਹੋ ਰਹੀ ਹੁੰਦੀ ਹੈ, ਤਾਂ ਇਹਦੇ ਜਿਹੜੇ ਮਸਲਸ ਨੇ ਉਹ ਹੈਲਪ ਕਰਦੇ ਨੇ ਬੇਬੀ ਦੇ ਬਰਥ ਵਾਸਤੇ। ਠੀਕ ਹੈ, ਅਤੇ ਜਿਹੜੀ ਥਰਡ ਲੇਅਰ ਹੈ ਐਂਡੋਮੀਟਰੀਅਮ, ਇਹ ਇਨਰ ਗਲੈਂਡੂਲਰ ਲੇਅਰ ਹੈ, ਇਹਦੇ ਵਿੱਚ ਗਲੈਂਡਸ ਹੁੰਦੇ ਨੇ। ਲਾਈਨਸ ਯੂਟਰਾਈਨ ਕੈਵਿਟੀ, ਸਾਈਕਲੀਕਲ ਚੇਂਜਸ ਡਿਊਰਿੰਗ ਮੈਂਸਟਰੁਅਲ ਸਾਈਕਲ, ਅਤੇ ਜਿਹੜੀ ਇਹ ਐਂਡੋਮੀਟਰੀਅਮ ਲੇਅਰ ਹੈ ਇਹਦਾ ਮੈਂਸਟਰੁਅਲ ਸਾਈਕਲ ਦੇ ਵਿੱਚ ਬਹੁਤ ਵੱਡਾ ਰੋਲ ਹੈ। ਠੀਕ ਹੈ, ਜੇ ਤਾਂ ਫਰਟੀਲਾਈਜੇਸ਼ਨ ਹੁੰਦੀ ਹੈ ਤਾਂ ਐਂਡੋਮੀਟਰੀਅਮ ਮੇਨਟੇਨਡ ਰਹੂਗੀ। ਠੀਕ ਹੈ, ਕਿਉਂਕਿ ਉੱਥੇ ਐਂਬਰੀਓ ਨੇ ਡਿਵੈਲਪ ਕਰਨਾ ਹੁੰਦਾ, ਅਦਰਵਾਈਜ਼ ਇਹਦਾ ਬ੍ਰੇਕਡਾਊਨ ਹੁੰਦਾ ਹਰੇਕ ਮੰਥ। ਕਲੀਅਰ, ਇਹ ਅੱਗੇ ਆਪਾਂ ਡਿਸਕਸ ਕਰਾਂਗੇ ਜਦੋਂ ਮੈਂਸਟਰੁਅਲ ਸਾਈਕਲ ਪੜ੍ਹਾਂਗੇ। ਨੈਕਸਟ ਆ ਗਏ ਐਕਸਟਰਨਲ ਜੈਨੀਟੇਲੀਆ। ਐਕਸਟਰਨਲ ਜੈਨੀਟੇਲੀਆ ਦਾ ਕੀ ਮਤਲਬ ਹੈ ਕਿ ਬਾਹਰਲੇ ਪਾਸੇ ਕਿਵੇਂ ਪਤਾ ਲੱਗਦਾ ਕਿ ਇੱਥੇ ਕੀ ਆ ਆਪਣਾ ਫੀਮੇਲ ਰਿਪਰੋਡਕਟਿਵ ਸਿਸਟਮ ਹੈ। ਠੀਕ ਹੈ, ਸੋ ਜਿਹੜਾ ਐਕਸਟਰਨਲ ਜੈਨੀਟੇਲੀਆ ਹੈ ਉਹ ਕੀ ਹੈ, ਉਹਦੇ ਵਿੱਚ ਮੌਨਸ ਪਿਊਬਿਸ, ਲੇਬੀਆ ਮੇਜਰਾ, ਲੇਬੀਆ ਮਾਈਨਰਾ, ਹਾਈਮਨ ਅਤੇ ਕਲਿਟੋਰਿਸ ਨਾਮ ਦੀਆਂ ਸਟਰਕਚਰਸ ਇਨਵੋਲਵਡ ਨੇ। ਠੀਕ ਹੈ, ਤੁਸੀਂ ਨੋਟ ਕਰ ਲਿਓ, ਇਹਨੂੰ ਜ਼ਿਆਦਾ ਤੁਹਾਡੀ ਐਕਸਪਲੇਨੇਸ਼ਨ ਦੀ ਜ਼ਰੂਰਤ ਨਹੀਂ, ਬਸ ਤੁਹਾਨੂੰ ਇਹਨਾਂ ਦੇ ਨਾਮ ਪਤਾ ਹੋਣੇ ਚਾਹੀਦੇ ਨੇ ਅਤੇ ਥੋੜ੍ਹਾ ਥੋੜ੍ਹਾ ਇਹਦੇ ਬਾਰੇ ਪੜ੍ਹ ਲਿਓ। ਠੀਕ ਹੈ, ਇਹਨੂੰ ਕਾਈਂਡਲੀ ਨੋਟ ਕਰ ਲਿਓ ਤੁਸੀਂ। ਨੈਕਸਟ ਆਪਾਂ ਡਿਸਕਸ ਕਰਦੇ ਹਾਂ ਵੈਰੀ ਇੰਪੋਰਟੈਂਟ ਜਿਹੜਾ ਇਹ ਵੀ ਪਾਰਟ ਹੈ, ਮੈਮਰੀ ਗਲੈਂਡਸ। ਠੀਕ ਹੈ, ਇਹ ਵੀ ਇੱਕ ਤਰ੍ਹਾਂ ਦੇ ਅਸੈਸਰੀ ਗਲੈਂਡਸ ਨੇ ਜਿਹੜੀ ਨਿਊਟ੍ਰੀਸ਼ਨ ਦੇ ਵਿੱਚ ਇਨਵੋਲਵਡ ਨੇ। ਕਿਹਦੀ ਨਿਊਟ੍ਰੀਸ਼ਨ ਦੇ ਵਿੱਚ, ਆਫਸਪ੍ਰਿੰਗਸ ਦੀ। ਠੀਕ ਹੈ, ਸੋ ਇਹ ਕੀ ਨੇ, ਪੇਅਰਡ ਸਟਰਕਚਰਸ ਨੇ, ਅਤੇ ਗਲੈਂਡੂਲਰ ਟਿਸ਼ੂ ਵੀ ਕਹਿ ਸਕਦੇ ਇਹਨੂੰ ਆਪਾਂ, ਅਤੇ ਜਿਹਦੇ ਵਿੱਚ ਕੀ ਹੁੰਦੇ, ਵੇਰੀਏਬਲ ਅਮਾਊਂਟ ਆਫ ਫੈਟ ਡਿਪੋਜ਼ਿਟ ਹੋਈ ਹੁੰਦੀ ਹੈ। ਜਿਹੜਾ ਗਲੈਂਡੂਲਰ ਟਿਸ਼ੂ ਆ, ਇਟ ਇਜ਼ ਡਿਵਾਈਡਡ ਇਨਟੂ 15 to 20 ਮੈਮਰੀ ਲੋਬਸ ਕੰਟੇਨਿੰਗ ਕਲਸਟਰ ਆਫ ਸੈਲਸ ਕੋਲਡ ਐਲਵੋਲੀ। ਸੋ ਤੁਸੀਂ ਲੈਫਟ ਹੈਂਡ ਸਾਈਡ 'ਤੇ ਡਾਇਗਰਾਮ 'ਚ ਦੇਖੋ, ਸਭ ਤੋਂ ਪਹਿਲੀ ਲੇਬਲਿੰਗ ਉੱਪਰ ਫੈਟ ਦਿੱਤੀ ਹੋਈ ਹੈ, ਫੈਟ ਹੁੰਦੀ ਹੈ। ਫਿਰ ਨੈਕਸਟ ਮੈਮਰੀ ਲੋਬ ਲੇਬਲ ਕੀਤੀ ਹੋਈ ਹੈ, ਹਰੇਕ ਮੈਮਰੀ ਲੋਬ ਦੇ ਵਿੱਚ ਕੀ ਹੁੰਦਾ, ਐਲਵੋਲੀ। ਠੀਕ ਹੈ, ਐਲਵੋਲੀ ਦਾ ਕੀ ਕੰਮ ਹੁੰਦਾ ਹੈ, ਮਿਲਕ ਪ੍ਰੋਡਿਊਸ ਕਰਕੇ ਆਪਣੇ ਅੰਦਰ ਸਟੋਰ ਕਰਨਾ। ਠੀਕ ਹੈ, ਜਿਹੜਾ ਮੈਮਰੀ ਗਲੈਂਡ ਦੇ ਵਿੱਚ ਐਲਵੋਲੀ ਨਾਮ ਦੀਆਂ ਸਟਰਕਚਰਸ ਨੇ ਜਿਹੜੀਆਂ ਮੈਮਰੀ ਲੋਬਸ ਬਣਾਉਂਦੀਆਂ ਨੇ, ਉਹਨਾਂ ਦਾ ਕੀ ਕੰਮ ਹੈ, ਮਿਲਕ ਨੂੰ ਪ੍ਰੋਡਿਊਸ ਕਰਨਾ ਅਤੇ ਆਪਣੇ ਅੰਦਰ ਸਟੋਰ ਕਰਨਾ। ਅਤੇ ਜਿਹੜੇ ਇਹ ਐਲਵੋਲੀ ਨੇ ਉਹ ਫਰਦਰ ਕਿਹਦੇ ਨਾਲ ਜੁੜਦੇ ਨੇ, ਜਾ ਕੇ ਮੈਮਰੀ ਟਿਬਿਊਲਸ ਦੇ ਨਾਲ। ਮੈਮਰੀ ਟਿਬਿਊਲ ਅੱਗੇ ਕੀ ਬਣਾਉਂਦੇ ਨੇ, ਮੈਮਰੀ ਡਕਟ, ਅਤੇ ਜਿਹੜੇ ਮੈਮਰੀ ਡਕਟਸ ਨੇ ਉਹ ਫਰਦਰ ਕੀ ਬਣਾਉਂਦੇ ਨੇ, ਐਂਪੂਲਾ, ਮੈਮਰੀ ਐਂਪੂਲਾ। ਅਤੇ ਜਿਹੜਾ ਕਿਹਦੇ ਨਾਲ ਜੁੜਿਆ ਹੁੰਦਾ, ਲੈਕਟੀਫਿਰਸ ਡਕਟ ਦੇ ਨਾਲ। ਤੁਸੀਂ ਨਾਲ ਨਾਲ ਡਾਇਗਰਾਮ 'ਚ ਵੀ ਦੇਖੀ ਜਾਓ। ਠੀਕ ਹੈ, ਅਤੇ ਇਹ ਜਿਹੜਾ ਲੈਕਟੀਫਿਰਸ ਡਕਟ ਹੈ ਇਹਦੇ ਥਰੂ ਕੀ ਕੀਤਾ ਜਾਂਦਾ, ਮਿਲਕ ਸਕ ਆਊਟ ਕੀਤਾ ਜਾਂਦਾ ਬਾਏ ਦੀ ਯੰਗ ਔਰ ਨਿਊ ਬੋਰਨ ਬੇਬੀ। ਠੀਕ ਹੈ, ਜਿਹੜਾ ਨਵਾਂ ਬੱਚਾ ਪੈਦਾ ਹੋਇਆ ਹੁੰਦਾ ਉਹਨੂੰ ਜਿਹੜੀ ਮਦਰ ਹੈ ਜਦੋਂ ਫੀਡ ਕਰਦੀ ਹੈ ਮਿਲਕ, ਤਾਂ ਉਹ ਲੈਕਟੀਫਿਰਸ ਡਕਟਸ ਦੇ ਥਰੂ ਬਾਹਰ ਆ ਜਾਂਦਾ ਹੈ। ਨੈਕਸਟ ਇੰਪੋਰਟੈਂਟ ਟੋਪਿਕ ਹੈ ਗੈਮੀਟੋਜੈਨੇਸਿਸ। ਇਹ ਕੀ ਹੁੰਦੀ ਹੈ, ਇਟ ਇਜ਼ ਦੀ ਪ੍ਰੋਸੈਸ ਆਫ ਫਾਰਮੇਸ਼ਨ ਆਫ ਹੈਪਲੋਇਡ ਗੈਮੀਟਸ ਫਰੋਮ ਡਿਪਲੋਇਡ ਜਰਮ ਸੈਲਸ ਇਨ ਦੀ ਗੋਨੈਡ। ਠੀਕ ਹੈ, ਇਹ ਉਹ ਪ੍ਰੋਸੈਸ ਹੈ ਜਿਹਦੇ ਦੌਰਾਨ ਹੈਪਲੋਇਡ ਗੈਮੀਟ ਬਣਦਾ ਫਰੋਮ ਡਿਪਲੋਇਡ ਜਰਮ ਸੈਲਸ, ਜਿਹੜੇ ਕਿਹਦੇ ਅੰਦਰ ਹੁੰਦੇ ਨੇ, ਕਿਸੇ ਵੀ ਗੋਨੈਡ ਦੇ ਵਿੱਚ, ਚਾਹੇ ਉਹ ਫੀਮੇਲ ਗੋਨੈਡ ਹੈ ਚਾਹੇ ਉਹ ਮੇਲ ਗੋਨੈਡ ਹੈ। ਠੀਕ ਹੈ, ਇਟ ਟੇਕਸ ਪਲੇਸ, ਇਹ ਕਿੱਥੇ ਹੁੰਦੀ ਹੈ ਗੈਮੀਟੋਜੈਨੇਸਿਸ, ਇਨ ਪ੍ਰਾਇਮਰੀ ਸੈਕਸ ਔਰਗਨਸ। ਉਹ ਟੈਸਟਿਸ ਵੀ ਹੋ ਸਕਦੀ ਹੈ ਜਾਂ ਓਵਰੀ ਵੀ ਹੋ ਸਕਦੀ ਹੈ, ਅਤੇ ਕੀ ਬਣਦਾ, ਸਪਰਮ ਜਾਂ ਓਵਮ। ਠੀਕ ਹੈ, ਅਤੇ ਜਦੋਂ ਮੇਲਸ ਦੇ ਵਿੱਚ ਗੈਮੀਟੋਜੈਨੇਸਿਸ ਹੁੰਦੀ ਹੈ ਉਹਨੂੰ ਕੀ ਕਹਿੰਦੇ ਆਪਾਂ, ਸਪਰਮੈਟੋਜੈਨੇਸਿਸ। ਅਤੇ ਇਹ ਕਦੋਂ ਹੁੰਦੀ ਹੈ, ਸਟਾਰਟ ਪਿਊਬਰਟੀ ਏਜ ਦੇ ਵਿੱਚ। ਠੀਕ ਹੈ, ਅਤੇ ਜਿਹੜੀ ਫੀਮੇਲਸ ਦੇ ਵਿੱਚ ਗੈਮੀਟੋਜੈਨੇਸਿਸ ਹੁੰਦੀ ਹੈ ਉਹਨੂੰ ਕੀ ਕਹਿੰਦੇ ਆਪਾਂ, ਊਜੈਨੇਸਿਸ। ਅਤੇ ਕਦੋਂ ਸਟਾਰਟ ਹੋ ਜਾਂਦੀ ਹੈ, ਇਹ ਐਂਬਰੀਓਨਿਕ ਸਟੇਜ ਦੇ ਵਿੱਚ, ਜਦੋਂ ਫੀਮੇਲ ਜਿਹੜਾ ਚਾਈਲਡ ਹੈ ਉਹ ਆਪਣੀ ਮਦਰ ਦੀ ਵੂਮ 'ਚ ਹੁੰਦਾ, ਉਦੋਂ ਹੀ ਇਹ ਪ੍ਰੋਸੈਸ ਸਟਾਰਟ ਹੋ ਜਾਂਦੀ ਹੈ। ਸੋ ਆਪਾਂ ਦੇਖਦੇ ਹਾਂ ਕਿ ਓਜੈਨੇਸਿਸ ਕੀ ਹੁੰਦੀ ਹੈ। ਦ ਪ੍ਰੋਸੈਸ ਆਫ ਫਾਰਮੇਸ਼ਨ ਆਫ ਹੈਪਲੋਇਡ ਓਵਮ ਫਰੋਮ ਡਿਪਲੋਇਡ ਓਗੋਨੀਅਲ ਸੈਲਸ in the ovary is called oogenesis. This begins at the embryonic development. ਠੀਕ ਹੈ, ਜਿਹੜੀ ਇਹ ਪ੍ਰੋਸੈਸ ਹੈ
ਓਜੈਨੇਸਿਸ ਇਹਦੇ ਵਿੱਚ ਕੀ ਹੁੰਦਾ ਹੈ, ਹੈਪਲੋਇਡ ਓਵਮ ਬਣਦਾ ਫਰੋਮ ਡਿਪਲੋਇਡ ਓਗੋਨੀਆ ਸੈਲਸ ਕਿਹਦੇ ਅੰਦਰ, ਓਵਰੀ ਦੇ ਅੰਦਰ। ਅਤੇ ਕਦੋਂ ਸਟਾਰਟ ਹੋ ਜਾਂਦੀ ਹੈ ਪ੍ਰੋਸੈਸ, ਐਂਬਰੀਓਨਿਕ ਸਟੇਜ ਦੇ ਵਿੱਚ ਹੀ। ਠੀਕ ਹੈ, ਸੋ ਜਿਹੜਾ ਗਮੀਟ ਮਦਰ ਸੈੱਲ ਹੈ ਤੁਸੀਂ ਨੀਚੇ ਦੇਖ ਰਹੇ ਹੋ, ਜਿਹੜਾ ਓਗੋਨੀਆ ਹੈ ਉਹ ਕੀ ਹੁੰਦਾ, ਡਿਪਲੋਇਡ ਹੁੰਦਾ ਅਤੇ ਐਟ ਬਰਥ ਮੈਨੀ ਮਿਲੀਅਨ ਇਨ ਫੇਟਲ ਓਵਰੀ। ਠੀਕ ਹੈ, ਜਿਹੜਾ ਫੀਟਸ ਹੁੰਦਾ, ਜਦੋਂ ਮਦਰ ਦੇ ਅੰਦਰ ਹੁੰਦਾ ਫੀਮੇਲ ਚਾਈਲਡ, ਠੀਕ ਹੈ, ਉਹ ਕਿਹੜੀ ਸਟੇਜ 'ਚ ਹੁੰਦਾ, ਫੀਟਲ ਸਟੇਜ ਦੇ ਵਿੱਚ। ਅਤੇ ਜਿਹੜੇ ਓਗੋਨੀਆ ਹੁੰਦੇ ਨੇ ਉਹਦੇ ਅੰਦਰ ਕੀ ਹੁੰਦੇ ਨੇ, ਮਿਲੀਅਨ ਹੀ ਹੁੰਦੇ ਨੇ, ਕਾਫੀ ਮਿਲੀਅਨ ਮਤਲਬ ਲੱਖਾਂ ਦੀ ਤਾਦਾਦ ਦੇ ਵਿੱਚ ਹੁੰਦੇ ਨੇ। ਅਤੇ ਇਹ ਕਿਹੜੀ ਫਾਰਮ 'ਚ ਹੁੰਦੇ ਨੇ, ਡਿਪਲੋਇਡ ਫਾਰਮ ਦੇ ਵਿੱਚ। ਫਿਰ ਕੀ ਹੁੰਦਾ, ਉਹਨਾਂ ਤੋਂ ਪ੍ਰਾਇਮਰੀ ਓਸਾਈਟ ਬਣਦਾ। ਠੀਕ ਹੈ, ਜਿਹਦੇ ਵਿੱਚ ਕਿਹੜੀ ਸਟੇਜ ਆ ਜਾਂਦੀ ਹੈ, ਮਿਓਸਿਸ ਦੀ, ਕਿਉਂਕਿ ਮਿਓਸਿਸ ਹੋਊਗੀ ਤਾਂ ਹੀ ਡਿਪਲੋਇਡ ਤੋਂ ਹੈਪਲੋਇਡ ਬਣੂਗਾ। ਪ੍ਰੋਫੇਜ਼ 1 ਆਫ ਮਿਓਟਿਕ ਡਿਵੀਜ਼ਨ 'ਤੇ ਇਹ ਆਪਣੇ ਆਪ ਨੂੰ ਸਟਾਪ ਕਰ ਲੈਂਦਾ। ਓਗੋਨੀਆ ਕਦੋਂ ਕਹਿਣਾ ਸ਼ੁਰੂ, ਓਗੋਨੀਆ ਨੂੰ ਆਪਾਂ ਪ੍ਰਾਇਮਰੀ ਓਸਾਈਟ ਕਦੋਂ ਕਹਿਣਾ ਸ਼ੁਰੂ ਕਰਦੇ ਹਾਂ, ਜਦੋਂ ਉਹਦੇ ਵਿੱਚ ਮਿਓਟਿਕ ਡਿਵੀਜ਼ਨ, ਫਸਟ ਮਿਓਟਿਕ ਡਿਵੀਜ਼ਨ ਕਿੱਥੇ ਸਟਾਪ ਹੋ ਜਾਏ, ਪ੍ਰੋਫੇਜ਼ 1 ਦੇ ਵਿੱਚ। ਠੀਕ ਹੈ, ਫਿਰ ਜਦੋਂ ਫੀਮੇਲ ਜਿਹੜਾ ਚਾਈਲਡ ਆ ਉਹਦਾ ਬਰਥ ਹੋ ਜਾਂਦਾ ਹੈ। ਠੀਕ ਹੈ, ਜਦੋਂ ਪੂਬਰਟੀ ਏਜ 12-13 ਸਾਲ ਦੀ ਹੋ ਜਾਂਦੀ ਹੈ, ਉਹ ਫੀਮੇਲ ਜਿਹੜੀ ਆਪਣੀ ਮਦਰ ਦੀ ਵੂਮ 'ਚੋਂ ਹੁਣ ਬਾਹਰ ਆ ਗਈ ਨਾ, ਉਹਦਾ ਬਰਥ ਹੋ ਗਿਆ, ਤਾਂ ਉਹ ਜਿਹੜੇ ਪ੍ਰਾਇਮਰੀ ਓਸਾਈਟ ਸੀ, ਠੀਕ ਹੈ, ਉਹ ਕੀ ਕਰਨਾ ਸ਼ੁਰੂ ਕਰ ਦੇਣਗੇ, ਨੈਕਸਟ ਆਪਣੀ ਪ੍ਰੋਸੈਸ ਸਟਾਰਟ ਕਰ ਦੇਣਗੇ। ਠੀਕ ਹੈ, ਮਿਓਸਿਸ ਨੂੰ ਕੰਪਲੀਟ ਕਰਨਾ ਸ਼ੁਰੂ ਕਰ ਦੇਣਗੇ ਅਤੇ ਕੀ ਬਣਾ ਦੇਣਗੇ, ਪ੍ਰਾਇਮਰੀ ਫੋਲੀਕਲਸ। ਠੀਕ ਹੈ, ਪ੍ਰਾਇਮਰੀ ਫੋਲੀਕਲਸ ਕੀ ਹੁੰਦੇ ਨੇ, 60,000 ਤੋਂ 80,000 ਤੱਕ ਹੁੰਦੇ ਨੇ ਪਿਊਬਰਟੀ ਸਟੇਜ ਦੇ ਦੌਰਾਨ ਹਰੇਕ ਫੀਮੇਲ ਦੇ ਵਿੱਚ। ਅਤੇ ਉਹ ਅੱਗੇ ਫਰਦਰ ਸੈਕੰਡਰੀ ਫੋਲੀਕਲਸ ਬਣਾਉਂਦੇ ਨੇ। ਠੀਕ ਹੈ, ਸੈਕੰਡਰੀ ਫੋਲੀਕਲਸ ਤੋਂ ਬਾਅਦ ਟਰਸ਼ਰੀ ਫੋਲੀਕਲਸ ਬਣਦੇ ਨੇ। ਠੀਕ ਹੈ, ਜਿਹੜੇ ਟਰਸ਼ਰੀ ਫੋਲੀਕਲਸ ਨੇ ਉਹ ਕੀ ਕਰਦੇ ਨੇ, ਨੈਕਸਟ ਸੈਕੰਡਰੀ ਓਸਾਈਟ ਬਣਾਉਂਦੇ ਨੇ। ਠੀਕ ਹੈ, ਜਿਹੜਾ ਸੈਕੰਡਰੀ ਓਸਾਈਟ ਹੁੰਦਾ ਇਹੀ ਕੀ ਹੁੰਦਾ, ਤੁਹਾਡਾ ਓਵਮ ਹੁੰਦਾ, ਜਿਹੜਾ ਗ੍ਰਾਫੀਅਨ ਫੋਲੀਕਲ ਦੇ ਅੰਦਰ ਪ੍ਰੈਜੈਂਟ ਹੁੰਦਾ। ਠੀਕ ਹੈ, ਸੋ ਆਪਾਂ ਓਜੈਨੇਸਿਸ ਪ੍ਰੋਸੈਸ ਨੂੰ ਅੱਗੇ ਫਰਦਰ ਡਿਟੇਲ 'ਚ ਕਰਦੇ ਹਾਂ। ਪਹਿਲਾਂ ਮੈਂ ਤੁਹਾਨੂੰ ਓਵਰਵਿਊ ਦਿੱਤਾ ਹੈ। ਠੀਕ ਹੈ, ਇਹ ਓਜੈਨੇਸਿਸ ਹੁੰਦੀ ਕੀ ਹੈ, ਤੁਹਾਨੂੰ ਪਤਾ ਹੀ ਹੈ ਕਿ ਫਾਰਮੇਸ਼ਨ ਆਫ ਹੈਪਲੋਇਡ ਫੀਮੇਲ ਗਮੀਟ ਕੋਲਡ ਓਵਮ ਇਨਸਾਈਡ ਦੀ ਓਵਰੀ। ਠੀਕ ਹੈ, ਸੋ ਜਿਹੜੀ ਇਹ ਓਜੈਨੇਸਿਸ ਪ੍ਰੋਸੈਸ ਹੈ ਕਦੋਂ ਸਟਾਰਟ ਹੋ ਜਾਂਦੀ ਹੈ, ਡਿਊਰਿੰਗ ਐਂਬਰੀਓਨਿਕ ਸਟੇਜ। ਅਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਕੀ ਹੁੰਦਾ ਹੈ, ਓਗੋਨੀਅਮ ਬਣਦੇ ਨੇ। ਰਾਈਟ ਹੈਂਡ ਸਾਈਡ 'ਤੇ ਦੇਖੋ, ਉਹਨਾਂ ਦੇ ਵਿੱਚ ਕੀ ਹੁੰਦੇ ਆ, ਮਾਈਟੋਸਿਸ, ਅਤੇ ਉਹ ਮਾਈਟੋਸਿਸ ਕਰਕੇ ਓਗੋਨੀਆ ਬਣਾ ਲੈਂਦੇ ਨੇ ਕਾਫੀ ਸਾਰੇ। ਜਿੰਨੇ ਓਗੋਨੀਆ ਐਂਬਰੀਓਨਿਕ ਸਟੇਜ 'ਚ ਬਣ ਗਏ ਓਨੇ ਹੀ ਰਹਿਣਗੇ, ਉਸ ਤੋਂ ਵੱਧ ਨਹੀਂ ਬਣ ਸਕਦੇ। ਠੀਕ ਹੈ, ਫਿਰ ਜਿਹੜੇ ਓਗੋਨੀਆ ਨੇ ਫਰਦਰ ਕੀ ਕਰਦੇ ਨੇ, ਪ੍ਰਾਇਮਰੀ ਓਸਾਈਟ ਬਣਾਉਂਦੇ ਨੇ। ਅਤੇ ਉਹ ਕਿਹੜੀ ਸਟੇਜ ਸਟਾਪ ਹੋਏ ਹੁੰਦੇ ਨੇ, ਪ੍ਰੋਫੇਜ਼ 1 ਦੇ ਵਿੱਚ। ਠੀਕ ਹੈ, ਪ੍ਰਾਇਮਰੀ ਓਸਾਈਟ। ਉਸ ਤੋਂ ਬਾਅਦ ਉਹ ਅੱਗੇ ਫਰਦਰ ਡਿਵੀਜ਼ਨ ਕਦੋਂ ਕਰਨਗੇ, ਜਦੋਂ ਜਿਹੜੀ ਉਹ ਫੀਮੇਲ ਹੈ, ਜਿਹੜੀ ਮਦਰ ਦੀ ਵੂਮ 'ਚ ਸੀ, ਉਹਦਾ ਬਰਥ ਹੋਣ ਤੋਂ ਬਾਅਦ 12-13 ਸਾਲ ਦੀ ਨਹੀਂ ਹੋ ਜਾਂਦੀ। ਠੀਕ ਹੈ, ਫਿਰ ਇਹ ਜਿਹੜੇ ਪ੍ਰਾਇਮਰੀ ਓਸਾਈਟ ਨੇ, ਜਦੋਂ ਉਹ ਪੁਬਰਟੀ ਏਜ 'ਚ ਆ ਗਈ ਫੀਮੇਲ, ਤਾਂ ਕੀ ਕਰਨਗੇ, ਸੈਕੰਡਰੀ ਓਸਾਈਟ ਬਣਾਉਣਗੇ। ਅਤੇ ਜਿਹੜੇ ਸੈਕੰਡਰੀ ਓਸਾਈਟ ਆ ਉਹ ਫਰਦਰ ਅੱਗੇ ਓਵਮ ਬਣਾਊਗਾ। ਠੀਕ ਹੈ, ਸੋ ਇਹ ਸਾਰਾ ਤੁਹਾਨੂੰ ਆਉਣਾ ਚਾਹੀਦਾ। ਸੋ ਇਹ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਸਾਰਾ ਕੁਛ। ਸੋ ਨੈਕਸਟ ਆਪਾਂ ਪੜ੍ਹਦੇ ਹਾਂ ਓਜੈਨੇਸਿਸ ਦੀਆਂ ਜਿਹੜੀਆਂ ਡਿਫਰੈਂਟ ਸਟੇਜਿਸ ਨੇ। ਠੀਕ ਹੈ, ਸਭ ਤੋਂ ਪਹਿਲੀ ਸਟੇਜ ਮਲਟੀਪਲੀਕੇਟਿਵ ਫੇਜ਼ ਹੁੰਦਾ, ਦੂਜੇ ਨੰਬਰ 'ਤੇ ਗਰੋਥ, ਅਤੇ ਥਰਡ ਨੰਬਰ 'ਤੇ ਮੈਚੂਰੇਸ਼ਨ ਫੇਜ਼। ਠੀਕ ਹੈ, ਮਲਟੀਪਲੀਕੇਸ਼ਨ ਫੇਜ਼ ਦੇ ਵਿੱਚ ਕੀ ਹੋਊਗਾ, ਓਗੋਨੀਆ ਬਣਨਗੇ ਕਾਫੀ ਜ਼ਿਆਦਾ ਨੰਬਰ 'ਚ। ਠੀਕ ਹੈ, ਓਗੋਨੀਆ ਕਾਫੀ ਜ਼ਿਆਦਾ ਨੰਬਰ 'ਚ ਕਿਵੇਂ ਬਣਨਗੇ, ਓਵਰੀ ਦੇ ਵਿੱਚ ਫਰੋਮ ਜਰਮੀਨਲ ਸੈਲਸ ਵਿਦ ਦੀ ਹੈਲਪ ਆਫ ਮਾਈਟੋਸਿਸ ਡਿਵੀਜ਼ਨ। ਠੀਕ ਹੈ, ਸੋ ਸਭ ਤੋਂ ਪਹਿਲਾ ਫੇਜ਼ ਕੀ ਹੋ ਗਿਆ, ਜਿਹਦੇ ਵਿੱਚ ਓਗੋਨੀਆ ਬਣੇ ਨੇ, ਕਿੱਥੋਂ ਬਣੇ ਨੇ, ਜਰਮ ਸੈਲਸ ਤੋਂ, ਜਿਹੜੇ ਕਿੱਥੇ ਨੇ, ਫੀਟਸ ਦੀ ਓਵਰੀ ਦੇ ਅੰਦਰ। ਠੀਕ ਹੈ, ਤਾਂ ਉਹ ਕਿਵੇਂ ਬਣੇ ਨੇ ਓਗੋਨੀਆ, ਮਾਈਟੋਸਿਸ ਡਿਵੀਜ਼ਨ ਦੀ ਹੈਲਪ ਦੇ ਨਾਲ। ਠੀਕ ਹੈ, ਨੈਕਸਟ ਫੇਜ਼ ਹੈ ਉਹ ਗਰੋਥ ਫੇਜ਼ ਹੈ। ਇਹ ਕਾਫੀ ਜ਼ਿਆਦਾ ਵੱਡਾ ਹੁੰਦਾ। ਠੀਕ ਹੈ, ਇਹਦੇ ਵਿੱਚ ਕੀ ਹੁੰਦਾ, ਜਿਹੜਾ ਓਗੋਨੀਆ ਫਰਦਰ ਪ੍ਰਾਇਮਰੀ ਓਸਾਈਟ ਬਣਾਉਂਦਾ। ਠੀਕ ਹੈ, ਪ੍ਰਾਇਮਰੀ ਓਸਾਈਟ ਅੱਗੇ ਡਿਵੀਜ਼ਨ ਨਹੀਂ ਕਰਦੇ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਦੋਂ ਡਿਵੀਜ਼ਨ ਸਟਾਰਟ ਕਰਦੇ ਨੇ, ਜਦੋਂ ਫੀਮੇਲ ਪੁਬਰਟੀ 'ਚ ਪਹੁੰਚ ਗਈ। ਠੀਕ ਹੈ, ਸੋ ਜਿਹੜੇ ਓਗੋਨੀਆ ਨੇ ਉਹ ਕੀ ਕਰਦੇ ਨੇ, ਪ੍ਰਾਇਮਰੀ ਓਸਾਈਟ ਜਦੋਂ ਬਣਾ ਦਿੰਦੇ ਨੇ, ਤਾਂ ਉਸ ਤੋਂ ਬਾਅਦ ਜਦੋਂ ਜਿਹੜਾ 12-13 ਸਾਲ ਦਾ ਪੀਰੀਅਡ ਹੈ, ਠੀਕ ਹੈ, ਜਦੋਂ ਉਹ ਅੱਗੇ ਫਰਦਰ ਡਿਵੀਜ਼ਨ ਪ੍ਰਾਇਮਰੀ ਓਸਾਈਟ ਨਹੀਂ ਸਟਾਰਟ ਕਰਦਾ, ਉਸ ਪੀਰੀਅਡ ਨੂੰ ਕੀ ਕਹਾਂਗੇ ਆਪਾਂ, ਗਰੋਥ ਫੇਜ਼। ਇਸ ਫੇਜ਼ ਦੇ ਦੌਰਾਨ ਜਿਹੜਾ ਪ੍ਰਾਇਮਰੀ ਓਸਾਈਟ ਹੈ ਉਹਦੀ ਫਰਦਰ ਗਰੋਥ ਹੁੰਦੀ ਹੈ। ਠੀਕ ਹੈ, ਇਹਦੇ ਵਿੱਚ ਯੋਕ ਵੀ ਐਡ ਹੁੰਦਾ, ਸਾਈਟੋਪਲਾਜ਼ਮਿਕ ਕੰਟੈਂਟ ਵੀ ਐਡ ਹੁੰਦੇ ਨੇ। ਇਸ ਤੋਂ ਇਲਾਵਾ ਜਿਹੜਾ ਪ੍ਰਾਇਮਰੀ ਓਸਾਈਟ ਹੈ ਉਹਦੇ ਆਲੇ ਦੁਆਲੇ ਫੋਲੀਕਲ ਸੈਲਸ ਵੀ ਲੱਗ ਜਾਂਦੇ ਨੇ। ਠੀਕ ਹੈ, ਜਿਹੜੇ ਪ੍ਰਾਇਮਰੀ, ਸੈਕੰਡਰੀ ਅਤੇ ਟਰਸ਼ਰੀ ਫੋਲੀਕਲਸ ਬਣਾਉਂਦੇ ਨੇ। ਠੀਕ ਹੈ,
ਨੈਕਸਟ ਫੇਜ਼ ਆਉਂਦਾ ਮੈਚੂਰੇਸ਼ਨ ਫੇਜ਼। ਇਹਦੇ ਵਿੱਚ ਕੀ ਹੁੰਦਾ ਹੈ, ਜਿਹੜਾ ਪ੍ਰਾਇਮਰੀ ਓਸਾਈਟ ਹੈ ਉਹ ਫੁੱਲੀ ਗਰੋਨ ਹੈ, ਠੀਕ ਹੈ। ਇਹਦੀ ਜਿਹੜੀ ਮਿਓਟਿਕ ਡਿਵੀਜ਼ਨ ਸੀ ਉਹ ਸਟਾਪ ਹੋਈ ਸੀ, ਤਾਂ ਉਹ ਅੱਗੇ ਫਰਦਰ ਡਿਵੀਜ਼ਨ ਕਰਨੀ ਸਟਾਰਟ ਕਰ ਦੂਗਾ ਅਤੇ ਕੀ ਬਣਾਊਗਾ ਆਪਣੇ ਕੋਲ ਸੈਕੰਡਰੀ ਓਸਾਈਟ ਅਤੇ ਫਸਟ ਪੋਲਰ ਬੋਡੀ, ਠੀਕ ਹੈ। ਅਤੇ ਜਿਹੜੀ ਇਹ ਪੋਲਰ ਬੋਡੀ ਹੈ ਇਹਦਾ ਕੋਈ ਰੋਲ ਨਹੀਂ ਹੁੰਦਾ, ਅਤੇ ਜਿਹੜਾ ਸੈਕੰਡਰੀ ਓਸਾਈਟ ਹੈ, ਠੀਕ ਹੈ, ਉਹ ਫਰਦਰ ਕੀ ਕਰਦਾ ਹੈ, ਸੈਕੰਡਰੀ ਮਾਈਟੋਸਿਸ ਦੇ ਵਿੱਚ ਸੈਕਿੰਡ ਜਿਹੜੀ ਮਿਓਸਿਸ 1 ਅਤੇ ਮਿਓਸਿਸ 2 2 ਫੇਜ਼ਿਸ ਹੁੰਦੇ ਨੇ ਨਾ, ਉਹ ਮਿਓਸਿਸ 1 ਦੇ ਦੌਰਾਨ ਕੀ ਬਣ ਗਿਆ ਪ੍ਰਾਇਮਰੀ ਓਸਾਈਟ ਤੋਂ ਸੈਕੰਡਰੀ ਓਸਾਈਟ, ਅਤੇ ਮਿਓਸਿਸ 2 ਦੇ ਦੌਰਾਨ ਜਿਹੜਾ ਸੈਕੰਡਰੀ ਓਸਾਈਟ ਹੈ ਉਹ ਕੀ ਬਣਾਊਗਾ, ਓਵਮ ਬਣਾਊਗਾ, ਅਤੇ ਨਾਲ ਕੀ ਰਿਲੀਜ਼ ਕਰੂਗਾ, ਸੈਕਿੰਡ ਪੋਲਰ ਬੋਡੀ, ਠੀਕ ਹੈ। ਜਿਹੜਾ ਓਵਮ ਹੈ ਉਹ ਅੱਗੇ ਫਰਦਰ ਫਰਟੀਲਾਈਜੇਸ਼ਨ ਜੇ ਹੋਊਗੀ ਤਾਂ ਅੱਗੇ ਜਾਈਗੋਟ ਅਤੇ ਐਂਬਰੀਓ ਬਣਾਊਗਾ, ਅਦਰਵਾਈਜ਼ ਉਹ ਰਪਚਰ ਹੋ ਜਾਊਗਾ। ਕਲੀਅਰ? ਇਹ ਸੀਗਾ ਤੁਹਾਡਾ ਮੈਚੂਰੇਸ਼ਨ ਫੇਜ਼। ਸੋ ਆਪਾਂ ਸਮਰਾਈਜ਼ ਕਰਦੇ ਹਾਂ। ਦਸ ਡਿਊਰਿੰਗ oogenesis 4 cells are produced. Among them 1 is functional ooted and 3 are non-functional polar bodies. The ooted with very little change becomes an ovum, ठीक है। सो ਆਪਾਂ ਦੇਖਿਆ ਕਿ ਆਪਣੇ ਕੋਲ ਪੋਲਰ ਬੋਡੀਜ਼ ਬਣਦੀਆਂ ਨੇ, ਪਲੱਸ ਜਿਹੜਾ ਓਟਿਡ ਬਣਦਾ, ਓਟਿਡ ਨੂੰ ਆਪਾਂ ਓਵਮ ਵੀ ਕਹਿ ਦਿੰਦੇ ਹਾਂ। ਕਲੀਅਰ? ਸੋ ਇਹ ਜਿਹੜੀ ਡਾਇਗਰਾਮ ਹੈ ਇਹ ਤੁਹਾਨੂੰ ਦੱਸਦੀ ਹੈ ਕਿ ਜਿਹੜੀ ਓਵਰੀ ਆ ਉਹਦੇ ਵਿੱਚ ਪ੍ਰਾਇਮਰੀ ਜਰਮ ਸੈਲਸ ਲਏ, ਉਹਦੀ ਡਿਫਰੈਂਸੀਏਸ਼ਨ ਹੋਈ ਕਿਹਦੇ ਵਿੱਚ, ਓਗੋਨੀਅਮ ਦੇ ਵਿੱਚ। ਓਗੋਨੀਅਮ ਫਰਦਰ ਮਾਈਟੋਟਿਕ ਡਿਵੀਜ਼ਨ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਇਨਕਰੀਜ਼ ਕਰ ਲਿਆ, ਅਤੇ ਉਹਨਾਂ ਨੇ ਕੀ ਬਣਾਤਾ, ਪ੍ਰਾਇਮਰੀ ਓਸਾਈਟ, ਜਿਹੜਾ ਮਿਓਸਿਸ 1 ਦੇ ਵਿੱਚ ਸਟਾਪ ਹੋਇਆ ਸੀ, ਅਤੇ ਜਦੋਂ ਹੀ ਪੁਬਰਟੀ 'ਚ ਆਈ ਉਹ ਫੀਮੇਲ, ਉਹਨੇ ਕੀ ਬਣਾਇਆ, ਪੋਲਰ ਬੋਡੀ ਬਣਾਈ, ਠੀਕ ਹੈ, ਅਤੇ ਸੈਕੰਡਰੀ ਓਸਾਈਟ ਬਣਾਤਾ, ਠੀਕ ਹੈ। ਸੈਕੰਡਰੀ ਓਸਾਈਟ ਤੋਂ ਬਾਅਦ ਕੀ ਬਣਦਾ ਹੁੰਦਾ, ਓਵਮ ਬਣਦਾ ਹੁੰਦਾ, ਜਾਂ ਓਟਿਡ ਕਹਿ ਦਿੰਦੇ ਹਾਂ ਉਹਨੂੰ ਆਪਾਂ, ਅਤੇ ਉਹਨੇ ਵੀ ਕੀ ਰਿਲੀਜ਼ ਕੀਤੀ, ਇੱਕ ਸੈਕੰਡਰੀ ਪੋਲਰ ਬੋਡੀ ਨਾਲ ਰਿਲੀਜ਼ ਕੀਤੀ, ਠੀਕ ਹੈ। ਅਤੇ ਜਿਹੜਾ ਓਵਮ ਹੈ ਉਹ ਫਰਦਰ ਕੀ ਕਰੂਗਾ, ਆਪਾਂ ਨੂੰ ਹੈਲਪ ਕਰੂਗਾ ਫॉर ਦੀ ਫਾਰਮੇਸ਼ਨ ਆਫ ਜ਼ਾਈਗੋਟ ਆਫਟਰ ਦੀ ਫਰਟੀਲਾਈਜੇਸ਼ਨ ਪ੍ਰੋਸੈਸ। ਕਲੀਅਰ? ਨੈਕਸਟ ਹੈ ਵੈਰੀ ਇੰਪੋਰਟੈਂਟ ਟੋਪਿਕ ਇਹ ਵੀ, ਇਹ ਮੈਂਸਟਰੁਅਲ ਸਾਈਕਲ। ਇਹਦੇ 'ਤੇ ਕੁਐਸਚਨ ਬਹੁਤ ਜ਼ਿਆਦਾ ਫਰੇਮ ਹੋ ਸਕਦੇ ਨੇ, ਠੀਕ ਹੈ। ਤਾਂ ਜਿਹੜਾ ਮੈਂਸਟਰੁਅਲ ਸਾਈਕਲ ਹੈ ਇਹ ਕੀ ਹੈ, ਰਿਪਰੋਡਕਟਿਵ ਸਾਈਕਲ ਹੈ। ਜਿਹੜੀ ਆਹ ਸਾਰੀ ਤੁਹਾਨੂੰ ਮੈਂ ਪ੍ਰੋਸੈਸ ਦੱਸੀ ਹੈ ਨਾ ਓਵਮ ਦੀ ਰਿਲੀਜ਼ ਦੀ, ਠੀਕ ਹੈ, ਇਹ ਸਾਰੀ ਪ੍ਰੋਸੈਸ ਕਿੱਥੋਂ, ਫਰੋਮ ਗ੍ਰਾਫੀਅਨ ਫੋਲੀਕਲ ਟੂ ਐਂਡ ਓਵਮ ਤੱਕ, ਠੀਕ ਹੈ। ਗ੍ਰਾਫੀਅਨ ਫੋਲੀਕਲ ਤੋਂ ਕਿਵੇਂ ਨਿਕਲਦਾ, ਕਦੋਂ ਨਿਕਲਦਾ, ਇਹ ਸਾਰੀ ਜਿਹੜੀ ਓਵੂਲੇਸ਼ਨ ਦੀ ਪ੍ਰੋਸੈਸ ਹੈ ਇਹ ਕੌਣ ਕੰਟਰੋਲ ਕਰਦਾ, ਮੈਂਸਟਰੁਅਲ ਸਾਈਕਲ ਨਾਮ ਦੀ ਜਿਹੜੀ ਆਪਣੀ ਬੋਡੀ ਫੀਮੇਲਸ ਦੀ ਬੋਡੀ ਦੇ ਵਿੱਚ, ਠੀਕ ਹੈ, ਇੱਕ ਪ੍ਰੋਸੈਸ ਚੱਲਦੀ ਹੈ, ਉਹ ਕੰਟਰੋਲ ਕਰਦੀ ਹੈ, ਠੀਕ ਹੈ। ਜੇ ਇਹ ਪ੍ਰੋਸੈਸ ਨਹੀਂ ਚੱਲੂਗੀ ਤਾਂ ਓਵਮ ਰਿਲੀਜ਼ ਨਹੀਂ ਹੋਊਗਾ, ਠੀਕ ਹੈ, ਅਤੇ ਉਹਦੇ ਨਾਲ ਕੀ ਹੋ ਗਿਆ, ਪ੍ਰੋਬਲਮਸ ਆਉਣਗੀਆਂ ਫੀਮੇਲਸ ਨੂੰ, ਰਾਈਟ। ਸੋ ਜਿਹੜਾ ਰਿਪਰੋਡਕਟਿਵ ਸਾਈਕਲ ਹੈ ਇਨ ਫੀਮੇਲ ਪ੍ਰਾਈਮੇਟਸ ਇਜ਼ ਕਾਲਡ ਮੈਂਸਟਰੁਅਲ ਸਾਈਕਲ। Menstruation is the term given to the periodic discharge of blood, tissue, fluid and mucus from reproductive organs of sexually mature females. ਇਸ ਪ੍ਰੋਸੈਸ ਦੇ ਦੌਰਾਨ ਕੀ ਹੁੰਦਾ, ਬਲੱਡ ਜਾਂ ਮਿਊਕਸ ਰਿਲੀਜ਼ ਹੁੰਦਾ ਫਰੋਮ ਫੀਮੇਲ ਬੋਡੀ, ਠੀਕ ਹੈ। ਦਾ ਫਲੋ ਯੂਜ਼ਲੀ ਲਾਸਟ ਤੇ ਕਿੰਨੇ ਦਿਨਾਂ ਵਾਸਤੇ, 3 ਤੋਂ 6 ਦਿਨਾਂ ਵਾਸਤੇ ਰਹਿੰਦਾ ਇਹ। ਅਤੇ ਇਹ ਕਿਉਂ ਹੁੰਦਾ, ਡਿਊ ਟੂ ਸਡਨ ਰਿਡਕਸ਼ਨ ਇਨ ਹਾਰਮੋਨਸ ਐਸਟ੍ਰੋਜਨ ਐਂਡ ਪ੍ਰੋਜੈਸਟਰੋਨ। ਇਹ ਦੋ ਹਾਰਮੋਨਸ ਦੀ ਜਿਹੜੀ ਕਮੀ ਕਰਕੇ ਇਹ ਪ੍ਰੋਸੈਸ ਹੁੰਦੀ ਹੈ, ਠੀਕ ਹੈ। ਜੇ ਤਾਂ ਫਰਟੀਲਾਈਜੇਸ਼ਨ ਹੋ ਜੂਗੀ ਤਾਂ ਇਹ ਹਾਰਮੋਨਸ ਆਪਣੇ ਆਪ ਨੂੰ ਬੈਲੈਂਸ ਰੱਖਦੇ ਨੇ, ਜੇ ਨਹੀਂ ਹੁੰਦੀ ਤਾਂ ਇਹ ਹਾਰਮੋਨਸ ਦਾ ਬੈਲੈਂਸ ਨੀਚੇ ਚਲਾ ਜਾਂਦਾ, ਠੀਕ ਹੈ। ਅਤੇ ਇਹ ਜਿਹੜਾ ਮੈਂਸਟਰੂਏਸ਼ਨ ਹੁੰਦੀ ਹੈ ਉਹ ਪ੍ਰੋਸੈਸ ਜਾਂ ਬਲੱਡ ਦਾ ਫਲੋ ਆ ਉਹ ਹੋਣਾ ਸ਼ੁਰੂ ਹੋ ਜਾਂਦਾ, ਠੀਕ ਹੈ। ਨੈਕਸਟ ਆਪਾਂ ਕਹਿੰਦੇ ਹਾਂ ਜਿਹੜਾ ਮੈਂਸਟਰੁਅਲ ਸਾਈਕਲ ਆ ਕਦੋਂ ਸਟਾਰਟ ਹੁੰਦਾ, ਜਦੋਂ ਮੈਂ ਤੁਹਾਨੂੰ ਦੱਸਿਆ ਜਦੋਂ ਪ੍ਰਾਇਮਰੀ ਓਸਾਈਟ ਤੋਂ ਕੀ ਬਣਾਉਣਾ ਆਪਾਂ ਨੇ, ਓਵਮ ਬਣਾਉਣਾ, ਉਦੋਂ ਵਾਲੇ ਫੇਜ਼ ਨੂੰ ਕੀ ਕਹਿੰਦੇ ਆਪਾਂ, ਮੈਂਸਟਰੁਅਲ ਸਾਈਕਲ। ਇਹ ਕਦੋਂ ਸਟਾਰਟ ਹੋਊਗਾ ਮੈਂਸਟਰੁਅਲ ਸਾਈਕਲ, ਫਿਰ ਜਦੋਂ ਕਿੱਥੇ ਪਹੁੰਚ ਜਾਣਗੀਆਂ ਉਹ ਪਿਊਬਰਟੀ ਏਜ ਦੇ ਵਿੱਚ ਫੀਮੇਲਸ। ਤਾਂ ਜਿਹੜੀ ਮੈਂਸਟਰੂਏਸ਼ਨ ਦਾ ਸਟਾਰਟਿੰਗ ਨੂੰ ਕੀ ਕਹਿੰਦੇ ਆਪਾਂ, ਮੈਨਾਰਕ, ਠੀਕ ਹੈ। ਕਿ ਕੀ ਹੁੰਦੀ ਹੈ, ਸਟਾਰਟਿੰਗ ਫੇਜ਼ ਨੂੰ ਕੀ ਕਹਿੰਦੇ, ਜਦੋਂ ਸਟਾਰਟ ਹੁੰਦੀ ਹੈ ਮੈਂਸਟਰੂਏਸ਼ਨ ਸਾਈਕਲ ਉਹਨੂੰ ਕੀ ਕਹਿੰਦੇ ਆਪਾਂ, ਮੈਨਾਰਕ ਸਟੇਜ, ਠੀਕ ਹੈ। ਡਿਊਰਿੰਗ ਦੀ ਮੈਂਸਟਰੁਅਲ ਸਾਈਕਲ ਜਾਂ ਯੂਟਰਸ, ਜਦੋਂ ਮੈਂਸਟਰੁਅਲ ਸਾਈਕਲ ਹੁੰਦਾ ਯੂਟਰਸ ਜਿਹੜੀ ਐਂਡੋਮੀਟਰੀਅਮ ਆ ਉਹ ਸਭ ਤੋਂ ਜ਼ਿਆਦਾ ਮੇਨ ਰੋਲ ਪਲੇ ਕਰਦੀ ਹੈ। ਕਿਉਂ, ਕਿਉਂਕਿ ਜੇ ਐਗ ਦੀ ਫਰਟੀਲਾਈਜੇਸ਼ਨ ਹੋ ਗਈ, ਠੀਕ ਹੈ, ਆਪਾਂ ਨੂੰ ਪਤਾ ਹੈ, ਠੀਕ ਹੈ, ਮੈਂਸਟਰੁਅਲ ਸਾਈਕਲ ਦੇ ਦੌਰਾਨ ਕੀ ਹੋਣਾ, ਐਗ ਜਾਂ ਓਵਮ ਰਿਲੀਜ਼ ਹੋਣਾ, ਠੀਕ ਹੈ। ਉਹਨੂੰ ਕੌਣ, ਆਪਾਂ ਪੜ੍ਹਿਆ ਵੀ ਜੇ ਫਰਟੀਲਾਈਜੇਸ਼ਨ ਹੋ ਗਈ ਤਾਂ ਕੌਣ ਉਹਨੂੰ ਆਪਣੇ ਅੰਦਰ ਇੰਪਲਾਂਟ ਕਰੂਗਾ, ਐਂਡੋਮੀਟਰੀਅਮ ਲਾਈਨਿੰਗ। ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਕਿਹਦੀ ਲਾਈਨਿੰਗ ਹੁੰਦੀ ਹੈ, ਇਹ ਯੂਟਰਸ ਦੀ, ਠੀਕ ਹੈ। ਉੱਥੇ ਜਾ ਕੇ ਜੁੜੂਗਾ ਇਹ,
ਤਾਂ ਸੋ ਜੇ ਫਰਟੀਲਾਈਜੇਸ਼ਨ ਹੋਊਗੀ ਤਾਂ ਐਂਡੋਮੀਟਰੀਅਮ ਲਾਈਨਿੰਗ ਐਸ ਸੱਚ ਰਹੂਗੀ, ਜੇ ਨਹੀਂ ਹੋਊਗੀ ਤਾਂ ਐਂਡੋਮੀਟਰੀਅਮ ਲਾਈਨਿੰਗ ਕੀ ਹੋ ਜੂਗੀ, ਟੁੱਟ ਜੂਗੀ, ਜਿਹਦੇ ਕਰਕੇ ਬਲੱਡ ਜਾਂ ਮਿਊਕਸ ਪ੍ਰੋਡਿਊਸ ਹੋਊਗਾ ਫੀਮੇਲ ਦੀ ਬੋਡੀ ਦੇ ਵਿੱਚੋਂ। ਠੀਕ ਹੈ, ਸੋ ਮੈਂਸਟਰੁਅਲ ਸਾਈਕਲ ਕਦੋਂ ਆਪਣੇ ਆਪ ਨੂੰ ਰਿਪੀਟ ਕਰਦਾ, ਐਟ ਐਨ ਇੰਟਰਵਲ ਆਫ 20 ਡੇਜ਼ ਜਾਂ 30 ਡੇਜ਼ ਵੀ ਕਹਿ ਸਕਦੇ ਹੋ। ਵਨ ਓਵਮ ਇਜ਼ ਰਿਲੀਜ਼ਡ ਇਨ ਦੀ ਮਿਡਲ ਯੂਜ਼ਲੀ 14th ਡੇ ਆਫ ਈਚ ਮੈਂਸਟਰੁਅਲ ਸਾਈਕਲ। ਅਤੇ ਹਰੇਕ ਓਵਮ ਕਦੋਂ ਰਿਲੀਜ਼ ਹੁੰਦਾ, ਕਿੱਥੋਂ, ਫੋਲੀਕਲਸ ਦੇ ਵਿੱਚੋਂ 14th ਡੇ ਦੇ ਵਿੱਚ। ਠੀਕ ਹੈ, 28 ਦਿਨ ਦੀ ਪੂਰੀ ਇਹ ਮੈਂਸਟਰੁਅਲ ਸਾਈਕਲ ਦੀ ਪ੍ਰੋਸੈਸ ਹੁੰਦੀ ਹੈ, ਜਿਹਦੇ ਦੌਰਾਨ ਇੱਕ ਓਵਮ ਰਿਲੀਜ਼ ਹੁੰਦਾ। ਕਿੰਨਵੇਂ ਦਿਨ ਹੁੰਦਾ ਓਵਮ ਰਿਲੀਜ਼, 14ਵੇਂ ਦਿਨ। ਠੀਕ ਹੈ, 28 ਦਿਨਾਂ 'ਚੋਂ 14ਵੇਂ ਦਿਨ ਇਹ ਰਿਲੀਜ਼ ਹੁੰਦਾ ਓਵਮ। ਨੈਕਸਟ ਆਪਾਂ ਡਿਸਕਸ ਕਰਾਂਗੇ ਹੁਣ ਮੈਂਸਟਰੁਅਲ ਸਾਈਕਲ ਦੇ ਫੇਜ਼। ਠੀਕ ਹੈ, ਮੈਂਸਟਰੁਅਲ ਸਾਈਕਲ ਦੇ 4 ਮੇਨ ਫੇਜ਼ ਨੇ। ਸਭ ਤੋਂ ਪਹਿਲਾਂ ਮੈਂਸਟਰੁਅਲ ਫੇਜ਼ ਹੈ, ਜਿਹਦੇ ਵਿੱਚ ਬਲੀਡਿੰਗ ਹੁੰਦੀ ਹੈ। ਠੀਕ ਹੈ, ਸੈਕਿੰਡ ਫੋਲੀਕੂਲਰ ਫੇਜ਼ ਹੈ, ਜਿਹਦੇ ਵਿੱਚ ਜਿਹੜਾ ਐਗ ਹੈ ਉਹ ਹਜੇ ਰਿਲੀਜ਼ ਹੋਣ ਵਾਲੀ ਸਟੇਜ 'ਚ ਹੁੰਦਾ। ਠੀਕ ਹੈ, ਥਰਡ ਓਵੂਲੇਟਰੀ, ਇਸ ਫੇਜ਼ ਦੇ ਵਿੱਚ ਐਗ ਰਿਲੀਜ਼ ਹੋ ਜਾਂਦਾ। ਲਾਸਟ ਹੁੰਦਾ ਲਿਊਟਲ ਫੇਜ਼, ਜਿਹੜਾ ਐਗ ਦੇ ਰਿਲੀਜ਼ ਤੋਂ ਬਾਅਦ ਵਾਲਾ ਫੇਜ਼ ਹੁੰਦਾ। ਠੀਕ ਹੈ, ਸੋ ਹੁਣ ਆਪਾਂ ਦੇਖਦੇ ਹਾਂ ਸਭ ਤੋਂ ਪਹਿਲਾਂ ਫੇਜ਼ ਮੈਂਸਟਰੁਅਲ ਸਾਈਕਲ ਦਾ, ਮੈਂਸਟਰੁਅਲ ਫੇਜ਼। ਸੋ ਇਟ ਇਜ਼ ਦੀ ਫਸਟ ਫੇਜ਼ ਆਫ ਮੈਂਸਟਰੁਅਲ ਸਾਈਕਲ ਐਂਡ ਲਾਸਟ ਫॉर 3 to 5 days. Breakdown of endometrial lining and blood vessels occur. It leads to bleeding, comes out through vagina. ਇਸ ਦੇ ਵਿੱਚ ਐਂਡੋਮੀਟਰੀਅਮ ਲਾਈਨਿੰਗ ਰਪਚਰ ਹੋ ਜਾਂਦੀ ਹੈ ਅਤੇ ਬਲੱਡ ਵੈਸਲਸ ਵੀ ਰਪਚਰ ਹੋ ਜਾਂਦੇ ਨੇ, ਜਿਹਦੇ ਕਰਕੇ ਬਲੱਡ ਊਜ਼ ਆਊਟ ਹੁੰਦਾ ਕਿੱਥੋਂ, ਵੈਜਨਾ ਦੇ ਵਿੱਚੋਂ। ਠੀਕ ਹੈ, ਬਲੱਡ ਨਿਕਲਦਾ। ਇਟ ਅਕਰਸ ਓਨਲੀ ਵੈਨ ਓਵਮ ਰਿਲੀਜ਼ ਐਂਡ ਫਰਟੀਲਾਈਜੇਸ਼ਨ ਡਜ਼ ਨਾਟ ਅਕਰਸ। ਇਹ ਉਦੋਂ ਹੀ ਹੁੰਦਾ ਹੈ, ਇਹ ਬਲੀਡਿੰਗ ਉਦੋਂ ਹੀ ਹੁੰਦੀ ਹੈ, ਐਂਡੋਮੀਟਰੀਅਮ ਲਾਈਨਿੰਗ ਉਦੋਂ ਹੀ ਟੁੱਟਦੀ ਹੈ ਜਦੋਂ ਓਵਮ ਰਿਲੀਜ਼ ਹੋਵੇ ਪਰ ਉਹਦੀ ਫਰਟੀਲਾਈਜੇਸ਼ਨ ਨਾ ਹੋਵੇ। ਲੈਕ ਆਫ ਮੈਂਸਟਰੂਏਸ਼ਨ ਇਜ਼ ਇੰਡੀਕੇਸ਼ਨ ਆਫ ਪ੍ਰੈਗਨੈਂਸੀ। ਅਤੇ ਜਦੋਂ ਮੈਂਸਟਰੂਏਸ਼ਨ ਨਹੀਂ ਹੁੰਦੀ ਤਾਂ ਇਹ ਇੱਕ ਪ੍ਰੈਗਨੈਂਸੀ ਦਾ ਵੀ ਕਾਰਨ ਹੋ ਸਕਦੀ ਹੈ। ਜ਼ਰੂਰੀ ਨਹੀਂ ਵੀ ਪ੍ਰੈਗਨੈਂਸੀ ਦੇ ਕਾਰਨ ਹੀ ਹੋਵੇ, ਉਸ ਤੋਂ ਇਲਾਵਾ ਵੀ ਕਾਫੀ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਨੇ ਫੀਮੇਲਸ ਦੇ ਵਿੱਚ, ਉਹਦੇ ਕਰਕੇ ਵੀ ਜਿਹੜਾ ਮੈਂਸਟਰੂਏਸ਼ਨ ਫੇਜ਼ ਹੈ ਇਹ ਨਹੀਂ ਹੁੰਦਾ। ਠੀਕ ਹੈ, ਸੋ ਇਹ ਵੀ ਧਿਆਨ ਰੱਖਣਾ ਜ਼ਰੂਰੀ ਹੈ, ਹੋਣਾ ਜ਼ਰੂਰੀ ਹੈ। ਨੈਕਸਟ ਸੈਕਿੰਡ ਫੇਜ਼ ਹੈ ਜਿਹੜਾ ਮੈਂਸਟਰੁਅਲ ਸਾਈਕਲ ਦਾ, ਉਹ ਕਿਹੜਾ ਬੱਚੇ, ਫੋਲੀਕੂਲਰ ਫੇਜ਼ ਜਾਂ ਉਹਨੂੰ ਕਹਿ ਦਿੰਦੇ ਆਪਾਂ ਪ੍ਰੋਲੀਫਰੇਟਿਵ ਫੇਜ਼। ਇਹਦਾ ਕਿੰਨਾ ਟਾਈਮ ਪੀਰੀਅਡ ਹੁੰਦਾ, 14 ਦਿਨਾਂ ਦਾ। ਠੀਕ ਹੈ, ਇਹਦੇ ਵਿੱਚ ਕੀ ਹੁੰਦਾ ਹੈ, ਜਿਹੜਾ ਪ੍ਰਾਇਮਰੀ ਫੋਲੀਕਲਸ ਨੇ ਉਹ ਗਰੋ ਕਰਦੇ ਨੇ, ਕੀ ਬਣਾਉਂਦੇ ਨੇ, ਸੈਕੰਡਰੀ, ਟਰਸ਼ਰੀ ਅਤੇ ਗ੍ਰਾਫੀਅਨ ਫੋਲੀਕਲਸ। ਪਲੱਸ ਜਿਹੜੀ ਆਪਣੀ ਐਂਡੋਮੀਟਰੀਅਮ ਲਾਈਨਿੰਗ ਜਿਹੜੀ ਡੀਜਨਰੇਟ ਹੋ ਗਈ ਸੀ ਪਹਿਲੇ ਫੇਜ਼ ਦੇ ਵਿੱਚ, ਉਹ ਦੁਬਾਰਾ ਤੋਂ ਬਣਨੀ ਸ਼ੁਰੂ ਹੋ ਜਾਂਦੀ। ਬਿਲਕੁਲ ਨੀਚੇ ਤੁਸੀਂ ਦੇਖ ਸਕਦੇ ਹੋ, ਦੁਬਾਰਾ ਤੋਂ ਬਣਨੀ ਸ਼ੁਰੂ ਹੋ ਗਈ ਆ, ਉਹ ਇੱਕ ਵਾਰ ਟੁੱਟ ਗਈ ਸੀ। ਠੀਕ ਹੈ, ਅਤੇ ਉਸ ਤੋਂ ਬਾਅਦ ਜਿਹੜੀਆਂ ਆਹ ਤੁਹਾਨੂੰ ਉਬੜ ਖਾਬੜ ਨਜ਼ਰ ਆ ਰਹੀ ਹੈ, ਉਹ ਦੁਬਾਰਾ ਤੋਂ ਬਣਨੀ ਉਹ ਸ਼ੁਰੂ ਹੋ ਜਾਂਦੀ ਹੈ ਇਸ ਫੇਜ਼ ਦੇ ਦੌਰਾਨ। ਠੀਕ ਹੈ, ਸੋ ਇਹ ਕੌਣ ਹੈਲਪ ਕਰਦਾ ਇਸ ਸਾਰੀ ਪ੍ਰੋਸੈਸ ਦੇ ਵਿੱਚ, 2 ਹਾਰਮੋਨਸ ਨੇ ਜਿਨ੍ਹਾਂ ਨੂੰ ਆਪਾਂ ਗਨੈਡੋਟ੍ਰੋਫਿਨਸ ਵੀ ਕਹਿ ਦਿੰਦੇ ਹਾਂ। ਇਹਨੂੰ ਕੌਣ ਰਿਲੀਜ਼ ਕਰਦਾ, ਇਹਨਾਂ ਨੂੰ ਪਿਚਿਊਟਰੀ ਗਲੈਂਡ। ਗਨੈਡੋਟ੍ਰੋਫਿਨਸ ਕਿਹੜੇ ਨੇ, ਉਹ FSH ਐਂਡ LH। FSH ਦੀ ਫੁੱਲ ਫਾਰਮ ਹੈ ਫੋਲੀਕੂਲਰ ਸਟੀਮੂਲੇਟਿੰਗ ਹਾਰਮੋਨ, ਅਤੇ LH ਦੀ ਫੁੱਲ ਫਾਰਮ ਹੈ ਲਿਊਟੀਨਾਈਜ਼ਿੰਗ ਹਾਰਮੋਨ। ਅਤੇ ਜਿਹੜੇ ਇਹ 2 ਹਾਰਮੋਨ ਨੇ ਇਹ ਜ਼ਰੂਰੀ ਨੇ ਕਾਹਦੇ ਵਾਸਤੇ, ਪ੍ਰਾਇਮਰੀ ਫੋਲੀਕਲਸ ਤੋਂ ਗ੍ਰਾਫੀਅਨ ਫੋਲੀਕਲ ਸਟੇਜ ਤੱਕ ਪਹੁੰਚਣ ਲਈ। ਪਲੱਸ ਇਹ ਜਿਹੜੇ 2 ਹਾਰਮੋਨ ਨੇ ਕੀ ਕਰਦੇ ਨੇ, ਈਸਟਰੋਜਨ ਜਿਹੜਾ ਹਾਰਮੋਨ ਆ ਉਹਦੀ ਸਕ੍ਰੀਸ਼ਨ ਦੇ ਵਿੱਚ ਵੀ ਹੈਲਪ ਕਰਦੇ ਨੇ। ਠੀਕ ਹੈ, ਸੋ ਜਿਹੜੇ LH ਅਤੇ FSH ਨੇ, ਕਹਿੰਦੇ 14th ਡੇ ਹੁੰਦਾ ਜਦੋਂ, ਠੀਕ ਹੈ, ਇਸ ਫੇਜ਼ ਦਾ, ਉਹਨਾਂ ਦਾ ਜਿਹੜਾ ਪੀਕ ਆ ਜਾਂਦੀ ਹੈ, ਬਹੁਤ ਜ਼ਿਆਦਾ ਇਹਨਾਂ ਦਾ ਅਮਾਊਂਟ ਵੱਧ ਜਾਂਦਾ। ਠੀਕ ਹੈ, ਅਤੇ ਬਹੁਤ ਜ਼ਿਆਦਾ ਅਮਾਊਂਟ ਵਧਣ ਦੇ ਕਰਕੇ ਜਿਹੜੇ ਗ੍ਰਾਫੀਅਨ ਫੋਲੀਕਲ ਹੈ ਉਹ ਰਪਚਰ ਹੋ ਜਾਂਦਾ ਅਤੇ ਕੀ ਕਰ ਦਿੰਦਾ, ਰਿਲੀਜ਼ ਕਰ ਦਿੰਦਾ ਓਵਮ। ਠੀਕ ਹੈ, ਜਦੋਂ ਗ੍ਰਾਫੀਅਨ ਫੋਲੀਕਲ ਦੇ ਵਿੱਚੋਂ ਓਵਮ ਰਿਲੀਜ਼ ਹੋ ਜਾਂਦਾ ਅਤੇ ਜਿਹੜੇ ਫੋਲੀਕਲ ਸੈਲਸ ਬਚ ਜਾਂਦੇ ਨੇ ਉਹਨਾਂ ਨੂੰ ਕੀ ਕਹਿਣਾ ਸ਼ੁਰੂ ਕਰ ਦਿੰਦੇ ਆਪਾਂ, ਕਾਰਪਸ ਲਿਊਟੀਅਮ। ਹੁਣ ਕਿਹਦਾ ਕੰਮ ਸਟਾਰਟ ਹੋ ਜਾਂਦਾ, ਕਾਰਪਸ ਲਿਊਟੀਅਮ ਦਾ। ਠੀਕ ਹੈ, ਇਸ ਕਾਰਪਸ ਲਿਊਟੀਅਮ ਦਾ ਕੀ ਕੰਮ ਹੁੰਦਾ, ਪ੍ਰੋਜੈਸਟਰੋਨ ਹਾਰਮੋਨ ਬਣਾਉਣਾ। ਠੀਕ ਹੈ, ਸੋ ਜਦੋਂ ਹੀ ਓਵਮ ਰਿਲੀਜ਼ ਹੋ ਗਿਆ, ਜਿਹੜੇ FSH, LH ਅਤੇ ਈਸਟਰੋਜਨ ਹਾਰਮੋਨ ਨੇ ਉਹਨਾਂ ਦਾ ਲੈਵਲ ਨੀਚੇ ਜਾਣਾ ਸ਼ੁਰੂ ਹੋ ਜਾਊਗਾ, ਅਤੇ ਕਿਹਦਾ ਲੈਵਲ ਇਨਕਰੀਜ਼ ਹੋਣਾ ਸ਼ੁਰੂ ਹੋ ਜਾਊਗਾ, ਪ੍ਰੋਜੈਸਟਰੋਨ ਹਾਰਮੋਨ ਦਾ। ਕਿਉਂਕਿ ਹੁਣ ਕੀ ਬਣ ਗਿਆ, ਕਾਰਪਸ ਲਿਊਟੀਅਮ ਨਾਮ ਦੀ ਸਟਰਕਚਰ ਜਿਹੜੀ ਕੀ ਬਣਾਉਂਦੀ ਹੈ, ਪ੍ਰੋਜੈਸਟਰੋਨ ਹਾਰਮੋਨ। ਨੈਕਸਟ ਫੇਜ਼ ਜਿਹੜਾ ਲਿਊਟੀਅਲ ਫੇਜ਼ ਹੈ, ਠੀਕ ਹੈ, ਥਰਡ ਫੇਜ਼ ਹੈ, ਇਹਨੂੰ ਸਕ੍ਰੀਟਰੀ ਫੇਜ਼ ਵੀ ਕਹਿੰਦੇ ਆ। ਇਹ ਕਦੋਂ ਸਟਾਰਟ ਹੁੰਦਾ, ਆਫਟਰ ਦੀ ਓਵੂਲੇਸ਼ਨ। ਇਹਦੇ ਵਿੱਚ ਕੀ ਹੁੰਦਾ, ਜਿਹੜਾ ਕਾਰਪਸ ਲਿਊਟੀਅਮ ਹੈ ਉਹ ਸਟਾਰਟ ਕਰ ਦਿੰਦਾ ਪ੍ਰੋਜੈਸਟਰੋਨ ਹਾਰਮੋਨ ਬਣਾਉਣਾ, ਜਿਹੜਾ ਕਿਹਦੇ ਵਾਸਤੇ ਜ਼ਰੂਰੀ ਹੈ, ਐਂਡੋਮੀਟਰੀਅਮ ਲਾਈਨਿੰਗ ਨੂੰ ਮੇਨਟੇਨ ਕਰਨ ਵਾਸਤੇ। ਠੀਕ ਹੈ, ਜੇ ਐਂਡੋਮੀਟਰੀਅਮ ਲਾਈਨਿੰਗ ਮੇਨਟੇਨ ਨਹੀਂ ਰਹੂਗੀ ਤਾਂ ਜੇ ਫਰਟੀਲਾਈਜੇਸ਼ਨ ਹੋ ਗਈ ਤਾਂ ਜਿਹੜਾ ਆਪਣਾ ਜ਼ਾਈਗੋਟ ਜਾਂ ਐਂਬਰੀਓ ਡਿਵੈਲਪ ਹੋਣਾ ਉਹ ਪ੍ਰੋਪਰਲੀ ਡਿਵੈਲਪ ਨਹੀਂ ਹੋ ਪਾਊਗਾ। ਜੇ ਆਪਣੀ ਫਰਟੀਲਾਈਜੇਸ਼ਨ ਨਹੀਂ ਹੁੰਦੀ ਤਾਂ ਜਿਹੜੀ ਪ੍ਰੋਜੈਸਟਰੋਨ ਹਾਰਮੋਨ ਹੈ ਉਹ ਰਿਲੀਜ਼ ਹੋ ਹੀ ਜਾਊਗਾ, ਪਰ ਜਦੋਂ ਉਹਨੂੰ 14 ਦਿਨ ਹੋਰ ਲੰਘ ਜਾਣਗੇ, ਠੀਕ ਹੈ,
ਤਾਂ ਉਸ ਤੋਂ ਬਾਅਦ ਉਹ ਡੀਜਨਰੇਟ ਹੋ ਜਾਊਗਾ ਆਪਣੇ ਆਪ ਹੀ, ਪ੍ਰੋਜੈਸਟਰੋਨ ਦਾ ਲੈਵਲ ਨੀਚੇ ਚਲਾ ਜਾਊਗਾ ਅਤੇ ਜਿਹੜੀ ਐਂਡੋਮੀਟਰੀਅਮ ਲਾਈਨਿੰਗ ਹੈ ਉਹ ਫਿਰ ਤੋਂ ਡੀਜਨਰੇਟ ਹੋ ਜੂਗੀ ਅਤੇ ਆਪਣਾ ਫਸਟ ਫੇਜ਼ ਫਿਰ ਤੋਂ ਸਟਾਰਟ ਹੋ ਜੂਗਾ। ਠੀਕ ਹੈ, ਕਿਉਂ? ਕਿਉਂਕਿ ਪ੍ਰੋਜੈਸਟਰੋਨ ਹਾਰਮੋਨ ਦੀ ਕੀ ਹੋ ਗਈ, ਕਮੀ ਹੋ ਗਈ। ਕਿਉਂ? ਕਿਉਂਕਿ ਜਿਹੜਾ ਕਾਰਪਸ ਲਿਊਟੀਅਮ ਹੈ ਉਹ ਡੀਜਨਰੇਟ ਹੋ ਗਿਆ। ਕਿਹਦੇ ਕਰਕੇ? ਕਿਉਂਕਿ ਫਰਟੀਲਾਈਜੇਸ਼ਨ ਨਹੀਂ ਹੋਈ। ਠੀਕ ਹੈ, ਕਿਉਂਕਿ ਐਂਡੋਮੀਟਰੀਅਮ ਲਾਈਨਿੰਗ ਦੀ ਹੁਣ ਜ਼ਰੂਰਤ ਨਹੀਂ ਹੈ। ਜੇ ਫਰਟੀਲਾਈਜੇਸ਼ਨ ਹੋ ਜਾਂਦੀ ਤਾਂ ਉਹਦੀ ਜ਼ਰੂਰਤ ਸੀਗੀ ਐਂਬਰੀਓ ਨੂੰ ਡਿਵੈਲਪ ਕਰਨ ਦੇ ਵਿੱਚ। ਹੁਣ ਜਿਹੜਾ ਐਂਡੋਮੀਟਰੀਅਮ ਲਾਈਨਿੰਗ ਆ ਉਹ ਡੀਜਨਰੇਟ ਹੋ ਗਈ ਕਿਉਂਕਿ ਫਰਟੀਲਾਈਜੇਸ਼ਨ ਨਹੀਂ ਹੋਈ। ਠੀਕ ਹੈ, ਸੋ ਇਸ ਸਾਰੀ ਪ੍ਰੋਸੈਸ ਨੂੰ ਆਪਾਂ ਕੀ ਕਹਿੰਦੇ ਹਾਂ, ਲਿਊਟੀਅਲ ਫੇਜ਼। ਠੀਕ ਹੈ, ਹੋਪ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਊਗਾ। ਅਤੇ ਜਿਹੜੀਆਂ ਫੀਮੇਲਸ ਨੇ 12-13 ਸਾਲ ਦੀ ਉਮਰ 'ਚ ਇਹ ਮੈਂਸਟਰੁਅਲ ਫੇਜ਼ ਸਟਾਰਟ ਹੁੰਦਾ, ਮੈਂਸਟਰੁਅਲ ਸਾਈਕਲ ਸਟਾਰਟ ਹੁੰਦਾ। ਅਤੇ ਕਦੋਂ ਸਟਾਪ ਹੁੰਦਾ? ਨੀਅਰ ਅਬਾਊਟ 50 ਈਅਰਸ ਆਫ ਏਜ। ਠੀਕ ਹੈ, ਜਦੋਂ ਸਟਾਰਟ ਹੁੰਦਾ ਉਹਨੂੰ ਕੀ ਕਹਿੰਦੇ ਆਪਾਂ, ਮੈਨਾਰਕ। ਅਤੇ ਜਦੋਂ ਸਟਾਪ ਹੋ ਜਾਂਦਾ 50 ਸਾਲ ਦੀ ਉਮਰ ਦੇ ਦੌਰਾਨ ਜਾ ਕੇ ਉਹਨੂੰ ਕੀ ਕਹਿੰਦੇ ਆਪਾਂ, ਮੈਨੋਪੌਜ਼। ਉਸ ਫੇਜ਼ ਨੂੰ ਕੀ ਕਹਿੰਦੇ ਨੇ, ਮੈਨੋਪੌਜ਼, ਜਦੋਂ ਇਹ ਓਵਮ ਵਗੈਰਾ ਕੁਛ ਰਿਲੀਜ਼ ਨਹੀਂ ਹੋਊਗਾ। ਠੀਕ ਹੈ, ਸੋ ਜਿਹੜੀ ਸਾਈਕਲਿਕ ਮੈਂਸਟਰੂਏਸ਼ਨ ਇਜ਼ ਇੰਡੀਕੇਟਰ ਆਫ ਨੋਰਮਲ ਰਿਪਰੋਡਕਟਿਵ ਫੇਜ਼ ਐਂਡ ਐਕਸਟੈਂਡ ਬਿਟਵੀਨ ਮੈਨਾਰਕ ਐਂਡ ਮੈਨੋਪੌਜ਼। ਅਤੇ ਜਿਹੜੀ ਨੋਰਮਲ ਇਹਦਾ ਆਉਣਾ ਸਾਈਕਲ ਦਾ ਚੱਲਣਾ ਇੱਕ ਵਧੀਆ ਰਿਪਰੋਡਕਟਿਵ ਸਿਸਟਮ ਦਾ ਮੇਨਟੇਨ ਹੋਣ ਦਾ ਸੰਕੇਤ ਹੈ। ਠੀਕ ਹੈ, ਇਹ ਹੋਣਾ ਜ਼ਰੂਰੀ ਹੈ, ਰੈਗੂਲਰ ਸਾਈਕਲ ਚੱਲਣਾ ਜ਼ਰੂਰੀ ਹੈ। ਇਹ ਡਾਇਗਰਾਮ ਹੈ ਤੁਹਾਡੀ NCERT ਦੇ ਵਿੱਚ ਵੀ ਹੈ, ਜਿਹੜੀ ਸਮਰਾਈਜ਼ ਕਰਦੀ ਹੈ ਤੁਹਾਡੇ ਸਾਰੇ ਫੇਜ਼ਿਸ ਨੂੰ। ਇਹਨੂੰ ਤੁਸੀਂ ਡਰੋ ਕਰ ਸਕਦੇ ਹੋ, ਸਮਝ ਸਕਦੇ ਹੋ। ਠੀਕ ਹੈ, ਥੈਂਕ ਯੂ ਸੋ ਮਚ। ਹੋਪ ਤੁਹਾਨੂੰ ਇਹ ਸਾਰਾ ਟੌਪਿਕ ਸਮਝ ਆਇਆ ਹੋਊਗਾ। ਵੈਰੀ ਇੰਪੋਰਟੈਂਟ ਟੌਪਿਕ ਹੈ ਬੇਟੇ, ਸੋ ਇਹਨੂੰ ਕਾਈਂਡਲੀ ਧਿਆਨ ਨਾਲ ਸੁਣਿਓ। ਠੀਕ ਹੈ, ਥੈਂਕ ਯੂ ਸੋ ਮਚ ਐਂਡ ਟੇਕ ਕੇਅਰ।